की फतेह। हाजरा हजूर सर्व कला भरपूर, बाणी के बोहित धन धन श्री गुरु ग्रंथ साहिब जियां दी पावन हजूरी विच बड़े ही अदब अते सत्कार सहित जुड़ बैठ के तुर्की बाणी रब्बी बाणी का आनंद मान रहे सी। शुभ अवसर मिले मनुखा जन्म नूं सफलियां बनाउण दा। हर रोज की तरह अज भी आपां सतसंग विच जुड़ बैठे हाँ। कल शाम दे दीवाना दे विच सतगुरां दे पावन जीवन दे विचों वैरागमई चोजां नूं सरवण कीता सी। किवें सतगुरां ने भाई मती दास जी दे विचों सूक्ष्म हौमे नूं खत्म कीता, करामात खो के खाली कर दिता है। बड़ी निमरता विच आके माफी मंगी। भाई मती दास जियां दी शिकायत मुल्ला ने बादशाह कोल जाके कीती। औरंगजेब बादशाह इन्ना खफा होया, उन्हें फरमान जारी किया सिखां दे गुरु दे सामने गुरु दे सिख नूं आरे नाल चीर दिता जावे। यह हुक्म बादशाह दा सिर मथे भाई मती दास जी ने मन्निया। दो लकड़ दे फट्टियां विच बंद करके सीस उत्ते आरा चला के शरीर दे दो फाड़ करके सुट दिते गए। दो धड़ां दे विचों भी जपजी दी बाणी दा जाप हुंदा रहा। फिर भाई दयाला जी नूं उबलदी देग उबलदे पानी विच आलू वांग उबाल के शहीद किया। पर गुरु तेग बहादुर पातशाह जिउंदे त्यों चढ़दी कला च बैठे। तीजे दिन भाई सतीदास जियां नूं जिउंदे जी रूह विच लपेट के अग नाल साड़िया। ये सब कुछ बादशाह ने इस करके करवाया कि सिखां दे हालात वेख के गुरु अपना फैसला बदल लवे। पर सतगुरां दा फैसला ते जुगो जुग अटल सी। तीन सिखां दी शहीदी तो बाद हिंदुस्तान दी धरती डोल गई। थां थां ते हाहाकार मच गया। औरंगजेब बादशाह दी कचहरी भी कई दिन लग ना सकी, क्योंकि पाप ही इन्ना हो चुकिया सी। इत्थों तक आप संगतां ने चल रही लड़ीवार कथा का आनंद माणिया सी। आओ कुछ समा सुरतियां बिरतियां जोड़िए गुरु चरना विच। रसना करो पवित्र सारे, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा मती दास प्रभ पुर गयो, कंप उठे सिख और धर कर त्रास विशाल को बिख कारागृह ठौर। सतगुरां दे पावन जीवन दी कथा नूं अगे लेके जा रहे ने कवि भाई संतोख सिंह। जिस वेले भाई मती दास सती दास ते भाई दयाला जी सचखंड गमन कर गए। पंज भूतक शरीर का परित्याग उन्होंने कीता फानी संसार नूं छड्ड के। हुण उस समय जालम घबरा गए। औरंगजेब बादशाह की कचहरी दे विच बड़े बड़े मुल्ला नवाब काजी वजीर डरदे नहीं आउंदे।
ਕਿਉਂਕਿ ਪਾਪ ਇੰਨਾ ਵੱਡਾ ਹੋ ਗਿਆ, ਹਥਿਆਰਿਆਂ ਦੇ ਪੈਰ ਤੇ ਹੱਥ ਕੰਬਦੇ ਨੇ। ਧਰਤੀ ਵੀ ਡੋਲ ਗਈ। ਚੌਪਈ ਨਿਸਾ ਪਰੀ ਵੱਡ ਭਇਓ ਅੰਧੇਰਾ, ਹਾਥ ਜੋਰ ਬੋਲੇ ਤਿਸ ਬੀਰਾ। ਹੁਣ ਸਤਿਗੁਰਾਂ ਦੇ ਨਾਲ ਜਿਹੜੇ ਦੋ ਸਿੱਖ ਨੇ, ਕਵੀ ਜੀ ਨੇ ਪਿੱਛੇ 5 ਸਿੱਖਾਂ ਦਾ ਜ਼ਿਕਰ ਕੀਤਾ ਤੇ ਹੁਣ 6 ਦਾ ਕਰ ਰਹੇ ਨੇ। ਪਹਿਲਾਂ ਜੇ 5 ਦੇ ਹਿਸਾਬ ਨਾਲ ਚੱਲੀਏ ਤੇ 2 ਬਚਦੇ ਨੇ, ਜੇ 6 ਦੇ ਹਿਸਾਬ ਨਾਲ ਗੱਲ ਕਰੀਏ ਤੇ 3 ਦਾ ਜ਼ਿਕਰ ਕਰ ਰਹੇ ਨੇ। 3 ਸਿੱਖ ਸ਼ਹੀਦ ਹੋਣ ਤੋਂ ਬਾਅਦ ਜਿਹੜੇ ਬਚੇ 3 ਸਿੱਖ ਨੇ, ਉਹਨਾਂ ਦੇ ਬਕਾਇਦਾ ਨਾਮ ਵੀ ਨੇ। ਕਹਿੰਦੇ ਉਹ ਸਿੱਖ ਘਬਰਾ ਗਏ। ਘਬਰਾਉਣਾ ਨਾ ਘਬਰਾਉਣਾ, ਇਹਨਾਂ ਵਹਿਮਾਂ ਚ ਨਹੀਂ ਪੈਣਾ। ਇਹ ਖੇਡ ਗੁਰੂ ਦੀ ਹੈ। ਗੁਰੂ ਅੱਗੇ ਕੀ ਕਰਨਾ ਚਾਹੁੰਦੇ ਇਹਨਾਂ ਨੂੰ ਵਿਅਕਤੀ ਨਹੀਂ ਜਾਣਦਾ। ਸਿੱਖ ਡਰੇ ਹੋਏ ਨੇ, ਘਬਰਾਏ ਹੋਏ ਨੇ। ਜਦੋਂ ਉਹਨਾਂ ਦੇ ਮਿੱਤਰ, ਜਾਨ ਤੋਂ ਪਿਆਰੇ ਭਰਾ ਉਹਨਾਂ ਸਾਹਮਣੇ ਚੀਰ ਕੇ ਮਾਰ ਦਿੱਤੇ। ਇੱਕ ਆਮ ਗੱਲ ਹੈ, ਬੰਦਾ ਸਭ ਕੁਝ ਵੇਖ ਸਕਦਾ ਪਰ ਮਿੱਤਰ ਤੇ ਸੱਜਣ ਦੀ ਮੌਤ ਨਹੀਂ ਵੇਖ ਸਕਦਾ। ਉਹ ਸਿੱਖ ਸੀ ਨਾ ਜਿਹੜੇ ਨਾਲ ਮਰ ਜਾਂਦੇ, ਉਹ ਘਬਰਾ ਚੁੱਕੇ ਨੇ, ਅੰਦਰ ਡੋਲ ਗਿਆ। ਕਿਉਂਕਿ ਇਹ ਹਕੀਕਤ ਹੈ, ਦੂਜੇ ਦੀ ਮੌਤ ਦੇਖ ਕੇ ਆਪਣੀ ਮੌਤ ਦਾ ਚੇਤਾ ਆਉਂਦਾ। ਆਖੋ ਸਤਨਾਮ, ਡਰ ਜਾਂਦਾ ਬੰਦਾ। ਸ਼ਮਸ਼ਾਨ ਦੀ ਧਰਤੀ ਤੇ ਜਾ ਕੇ ਮੂੰਹ ਕਿਉਂ ਇਦਾਂ ਬਣਿਆ ਹੁੰਦਾ ਹੈ? ਕਿਸੇ ਦੋਸਤ ਮਿੱਤਰ ਦੇ ਜਾਣ ਤੋਂ ਬਾਅਦ ਬੰਦਾ ਉਦੋਂ ਆਪਣੀ ਮੌਤ ਦੇ ਬਹੁਤ ਕਰੀਬ ਹੁੰਦਾ ਹੈ, ਡਰਿਆ ਹੁੰਦਾ ਹੈ। ਹੁਣ ਇਹ ਜੋ ਸਿੱਖ ਸਤਿਗੁਰਾਂ ਦੇ ਕੋਲ ਸੀ, ਇੰਨੇ ਡਰ ਗਏ, ਇੰਨੇ ਘਬਰਾ ਗਏ। ਅੱਖਾਂ ਸਾਹਮਣੇ ਸੱਜਣਾ ਦਾ ਖੂਨ ਤੜਫ ਤੜਫ ਕੇ ਡੁੱਲਦਾ ਹੋਵੇ, ਕੌਣ ਨਹੀਂ ਘਬਰਾਉਂਦਾ? ਅੱਜ ਦੀ ਰਾਤ ਹੋਈ, ਇਹ ਸਿੱਖ ਸਤਿਗੁਰਾਂ ਦੇ ਕੋਲ ਆ ਗਏ। ਕਿਉਂਕਿ ਬਿਲਕੁਲ ਨੇੜੇ ਤੇ ਨੇੜੇ ਬੈਰਕਾਂ ਬਣੀਆਂ ਨੇ। ਦੋਨੇ ਹੱਥ ਜੋੜ ਭੁੱਬਾਂ ਮਾਰ ਕੇ ਬੇਨਤੀ ਕਰਦੇ ਨੇ, ਸੁਨਹੁ ਗੁਰੂ ਜੀ ਹਥੇ ਕੁਥਾਏ, ਤੁਰਕੇਸ਼ਵਰ ਹਠ ਅਧਿਕ ਵਧਾਏ। ਐ ਸਤਿਗੁਰ ਜੀ ਸੁਣੋ, ਔਰੰਗਜ਼ੇਬ ਪਾਪੀ ਨੇ ਉਹ ਪਾਪ ਕਮਾਇਆ, ਇਹੋ ਜਿਹਾ ਪਾਪ ਤੇ ਦੁਨੀਆ ਤੇ ਕਦੇ ਨਹੀਂ ਹੋਇਆ। ਆ ਜਿਨ੍ਹਾਂ ਸਿੱਖਾਂ ਨੂੰ ਉਹਨੇ ਤਰਫਾ ਕੇ ਸ਼ਹੀਦ ਕੀਤਾ, ਇਹਨਾਂ ਦਾ ਕਸੂਰ ਕੀ ਸੀ? ਨਿਰਦੋਸ਼ ਸਨ। ਇਸ ਪਾਪੀ ਦੇ ਸਿਰ ਤੇ ਪਾਪ ਚੜ ਕੇ ਬੋਲਦਾ ਹੈ। ਮਹਾਰਾਜ, ਮਾਰਨ ਵਾਲੇ ਨੇ ਰੱਤਾ ਤਰਸ ਨਾ ਕੀਤਾ, ਕਿਹੋ ਜੀ ਥਾਂ ਤੇ ਮਾਰੇ ਹੈ। ਸਾਡੇ ਤੋਂ ਜੋ ਵੇਖਿਆ ਕਦੇ ਭੁੱਲਿਆ ਨਹੀਂ ਜਾਣਾ। ਅਬ ਹੈ ਨਾ ਛੋੜ ਹੈ ਹਮਕੋ ਜੀਵਤ, ਦਿਨ ਪ੍ਰਤ ਕਸ਼ਟ ਦਿਨ ਪਰਥੀਵਤ। ਗਰੀਬ ਨਵਾਜ ਜਿਹਨੇ ਸਾਡੇ 3 ਸਾਥੀ ਨਹੀਂ ਛੱਡੇ, ਕੱਲ ਸਵੇਰ ਹੁੰਦੇ ਆ ਉਹਨੇ ਸਾਨੂੰ ਥੋੜਾ ਛੱਡਣਾ ਹੈ। ਜੇ ਉਹ ਤੁਰ ਗਏ ਤੇ ਵਾਰੀ ਸਾਡੀ ਵੀ ਆ ਜਾਣੀ ਹੈ। ਸਭਨਾ ਸਹਰੇ ਵੰਜਣਾ ਸਭ ਮੁਕਲਾਵਣ ਹਾਰ, ਦੁਨੀਆ ਤੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਜੀਵ ਧਰਤੀ ਤੇ ਤੁਰਿਆ ਫਿਰਦਾ ਦਿਸਦਾ, ਜੋ ਵੀ ਆਇਆ ਇੱਕ ਨਾ ਇੱਕ ਦਿਨ ਉਹਨੇ ਮਰ ਜਾਣਾ ਹੈ, ਜ਼ਮਾਨਾ ਛੱਡ ਜਾਣਾ ਹੈ। ਭਾਵੇਂ ਕਿਸੇ ਅੱਜ, ਕਿਸੇ ਕੱਲ, ਕਿਸੇ ਫੇਰ ਸਹੀ। ਸਿੱਖ ਕਹਿੰਦੇ ਮਹਾਰਾਜ, ਸਾਨੂੰ ਮਰਨ ਤੋਂ ਡਰ ਨਹੀਂ ਲੱਗਦਾ, ਮਾਰਨ ਦੇ ਤਰੀਕਿਆਂ ਤੋਂ ਡਰ ਲੱਗਦਾ ਹੈ। ਕਿਵੇਂ ਕੋ ਕੇ ਮਾਰਦੇ, ਸਾਡੇ ਤੋਂ ਏਦਾਂ ਮਰਿਆ ਜਾਣਾ ਨਹੀਂ। ਬੰਧਨ ਪਾਇਨ ਮਹਿ ਪਰਵਾਏ, ਪਹਿਰੂ ਕਰ ਸੁਚੇਤ ਠਹਿਰਾਏ। ਕਿਉਂਕਿ ਜਿਸ ਵੇਲੇ ਭਾਈ ਮਤੀ ਦਾਸ ਨੂੰ ਦੋ ਤਖਤਿਆਂ ਵਿੱਚ ਜਗੜਿਆ ਸੀ, ਖੁੱਲਿਆ ਥੋੜਾ ਹੱਥ ਛੱਡੇ ਸੀ, ਹੱਥ ਵੀ ਬੰਨੇ ਹੋਏ ਨੇ, ਪੈਰਾਂ ਨੂੰ ਬੇੜੀਆਂ ਪਾਈਆਂ ਨੇ। ਤੜਫਣ ਲੱਗਿਆ ਸਿੱਖ, ਕਿਤੇ ਹੱਥ ਪੈਰ ਨਾ ਮਾਰ ਬੈਠੇ। ਐਡਾ ਜ਼ੁਲਮ। ਤੇ ਆ ਜਿਹੜੇ ਸਿੱਖ ਮਰਜ ਦੇ ਕੋਲ ਬੈਠੇ ਘਬਰਾਏ ਹੋਏ ਨੇ, ਗਰੀਬ ਨਵਾਜ, ਜੋ ਵੇਖਿਆ ਰਹਿੰਦੀ ਜ਼ਿੰਦਗੀ ਤੱਕ ਨਹੀਂ ਭੁੱਲ ਸਕਦੇ। ਤੇ ਅਸੀਂ ਨਹੀਂ ਮਰਨਾ ਚਾਹੁੰਦੇ, ਸਾਡੇ ਤੋਂ ਮਰ ਨਹੀਂ ਹੋਣਾ। ਹੁਣ ਇਹ ਵੀ ਮਰਦ ਦੀ ਇੱਕ ਖੇਡ ਹੈ। ਗੁਰੂ ਸਾਹਿਬ ਦੇ ਨਾਲ ਆਉਣ ਵਾਲੇ ਸਿੱਖ ਡਰਪੋਕ ਥੋੜਾ ਨੇ। ਜੇ ਡਰਨ ਵਾਲੇ ਹੁੰਦੇ ਆਗਰੇ ਤੋਂ ਹੀ ਜਵਾਬ ਦੇ ਦਿੰਦੇ, ਮਰਜ ਸਾਨੂੰ ਕਿਉਂ ਗ੍ਰਿਫਤਾਰ ਕਰਾਇਆ? ਇਹ ਖੇਡਾਂ ਨੇ। ਨਾਸਤਕ ਬੰਦਾ ਗੁਰੂ ਦੀ ਰਮਜ, ਗੁਰੂ ਦੀ ਖੇਡ ਸਮਝ ਨਹੀਂ ਸਕਦਾ। ਉਹ ਕਹਿ ਬੈਠਦਾ ਗੁਰੂ ਦੇ ਸਿੱਖ ਡਰ ਗਏ ਜੀ। ਕੌਣ ਡਰਦਾ ਤੇ ਕੌਣ ਡਰਾਉਂਦਾ ਹੈ? ਮਰਦ ਨੇ ਕੱਲ ਹੀ ਕਹਿ ਦਿੱਤਾ ਸੀ, ਕੌਣ ਮਰਦਾ ਤੇ ਕੌਣ ਮਾਰਦਾ ਹੈ। ਇਹ ਤੇ ਮਨੁੱਖ ਦੀ ਆਪਣੀ ਹਉਮੈ ਦਾ ਭੁਲੇਖਾ ਹੈ। ਜੋ ਹੋ ਰਿਹਾ ਹੈ ਉਹਦੀ ਰਜ਼ਾ 'ਚ ਹੋ ਰਿਹਾ ਹੈ। ਅੱਜ ਇਹ ਸਿੱਖ ਬਾਰ-ਬਾਰ ਕਹਿੰਦੇ ਨੇ, ਮਰਦ ਸਾਨੂੰ ਤੇ ਹੱਥ ਕੜੀਆਂ ਲੱਗੀਆਂ,
ਪੈਰਾਂ ਨੂੰ ਬੇੜੀਆਂ ਪਾਈਆਂ ਨੇ, ਚਾਹ ਕੇ ਵੀ ਇਥੋਂ ਨਿਕਲ ਸਕਦੇ ਨਹੀਂ। ਨਿਸ ਦਿਨ ਮਹਿਦ ਹੋਏ ਤਕਰਾਈ, ਨਹਿ ਕੈਸੇ ਅਬ ਨਿਕਸਨ ਪਾਈ। ਅਸੀਂ ਨਿਕਲਣਾ ਚਾਹੁੰਦੇ ਸੀ ਪਰ ਦਿਨ ਰਾਤ ਇੱਥੇ ਤਕੜਾਈ ਹੋ ਰਹੀ ਹੈ, ਸਖਤੀ ਹੋ ਰਹੀ ਹੈ। ਮਰਜ ਭੁੱਖ ਪਿਆਸ ਤੇ ਬੜੀ ਦੂਰ ਦੀ ਗੱਲ ਆ, ਇੱਥੇ ਤੇ ਸਾਹ ਵੀ ਲਿਆ ਨਹੀਂ ਜਾਂਦਾ ਹੁਣ। ਇੰਨੀ ਉਹ ਥਾਂ ਛੋਟੀ ਸੀ ਜਿੱਥੇ ਮੇਰੇ ਸਤਿਗੁਰ ਬੈਠੇ ਸੀ ਨਾ ਪਿੰਜਰੇ ਦੇ ਵਿੱਚ, ਨਾ ਤੇ ਮਨੁੱਖ ਚਾਹ ਕੇ ਸਿੱਧਾ ਖੜਾ ਹੋ ਸਕਦਾ ਹੈ, ਨਾ ਕੋਈ ਲੰਬਿਆਂ ਪੈ ਸਕਦਾ ਹੈ। ਏਦਾਂ ਦੇ ਹਾਲਾਤ ਸੀ ਜੇਲ੍ਹ ਦੇ, ਪਿੰਜਰਾ ਸੀ ਉਹ। ਤੇ ਫਿਰ ਇਹਨਾਂ ਜ਼ਾਲਮਾਂ ਨੇ ਏਦਾਂ ਦੇ ਹਾਲਾਤ ਆ ਕੇ ਬਣਾ ਦਿੱਤੇ, ਜਿਸ ਪਿੰਜਰੇ ਵਿੱਚ ਮਰਦ ਬੈਠੇ ਨੇ ਉੱਥੇ ਤਿੱਖੇ ਕਿੱਲ ਲਾਏ ਹੋਏ ਨੇ। ਜੇ ਅੱਖ ਲੱਗੇ, ਢੋ ਲੱਗੇ, ਕਿੱਲ ਚੁੱਭੇਗਾ ਤੇ ਉੱਠ ਜਾਣਗੇ। ਹੁਣ ਏਦਾਂ ਦੀ ਸਖਤੀ ਵਿੱਚ ਬੈਠੇ ਸਿੱਖ ਬੜੇ ਦੁਖੀ ਨੇ। ਮਹਾਰਾਜ ਇੱਥੋਂ ਨਹੀਂ ਨਿਕਲ ਸਕਦੇ, ਬਹੁਤ ਔਖਾ ਹੈ। ਬਾਹਰ ਧਰਤੀ ਦੇ ਸਾਹਮਣੇ ਚੜਿਆ ਸੂਰਜ ਲੱਗਦਾ ਅੱਖਾਂ ਨਹੀਂ ਵੇਖਣਗੀਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਸਿੱਖਾਂ ਦੇ ਬਚਨਾਂ ਨੂੰ ਬੜੀ ਗੰਭੀਰਤਾ ਨਾਲ ਸੁਣ ਰਹੇ ਨੇ, ਬੜੇ ਸ਼ਾਂਤ ਬੈਠੇ ਨੇ। ਸੁਨ ਗੁਰ ਕਹਿਓ ਚਹੋਚੇ ਜਾਨਾ, ਤੋ ਅਬ ਨਿਸ ਮਹਿ ਕਰਹੁ ਪਿਆਨਾ। ਕਹਿੰਦੇ ਭਾਈ ਪਿਆਰੇ ਸਿੱਖੋ, ਇਸ ਕੈਦ ਵਿੱਚੋਂ ਨਿਕਲਣਾ ਚਾਹੁੰਦੇ ਹੋ? ਦੁਨੀਆ ਤੇ ਕਿਹੜਾ ਮਨੁੱਖ ਜਿਹੜਾ ਕੈਦ 'ਚ ਰਹਿਣਾ ਚਾਹੁੰਦਾ ਹੈ? ਹਰ ਕੋਈ ਕਹਿੰਦਾ ਰੱਬਾ ਇੱਥੋਂ ਕੱਢ ਲੈ। ਗੁਰੂ ਜੀ ਪੁੱਛਦੇ ਕੀ ਤੁਹਾਡਾ ਚਿੱਤ ਕਰਦਾ ਇਹਨਾਂ ਦੁੱਖਾਂ ਤੋਂ, ਤਸੀਹਿਆਂ ਤੋਂ, ਕੈਦ ਤੋਂ ਮੁਕਤ ਹੋ ਜਾਵੋ? ਤਿੰਨੇ ਸਿੱਖਾਂ ਦਾ ਹੁੰਗਾਰਾ ਬੜਾ ਹਲਕਾ ਸੀ, ਬਹੁਤੇ ਜ਼ੋਰ ਨਾਲ ਨਹੀਂ ਆਖਿਆ ਜਾਣਾ ਚਾਹੁੰਦੇ ਆ। ਉਹਨਾਂ ਨੂੰ ਫਿਕਰ ਪਿਆ ਗੁਰੂ ਨੂੰ ਛੱਡ ਕੇ ਕਿੱਥੇ ਜਾਵਾਂਗੇ। ਅੰਦਰ ਪਿਆਰ ਵੀ ਹੈ, ਬਾਹਰੋਂ ਡਰ ਵੀ ਸਤਾਉਂਦਾ ਏ। ਕੈਦ ਤੁਰਕ ਕੀ ਤਜ ਨਿਕਸੀਜੈ, ਚਲੇ ਜਾਹੋ ਨਿਜ ਘਰ ਸੁਖ ਲੀਜੈ। ਕਹਿੰਦੇ ਜੇ ਸਾਡੀ ਮੰਨੋ, ਆ ਤੁਰਕਾਂ ਦੀ ਕੈਦ ਛੱਡ ਕੇ ਚਲੇ ਜਾਓ, ਘਰੇ ਜਾ ਕੇ ਮੌਜਾਂ ਮਾਣੋ, ਆਨੰਦ ਮਾਣੋ। ਧਿਆਨ ਦੇਣਾ ਜੀ, ਇਹ ਚੂਜ ਮਰਜ ਇਸ ਲਈ ਵਰਤਾ ਰਹੇ ਨੇ ਦੁਨੀਆ ਨੂੰ ਪਤਾ ਲੱਗ ਜੇ ਉਹ ਕਿਹੜੀ ਜ਼ਮਾਨੇ ਦੀ ਤਾਕਤ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਵਿੱਚ ਰੱਖ ਸਕਦੀ ਹੈ। ਇਹ ਖੇਡਾਂ ਹੁੰਦੀਆਂ ਨੇ, ਚੋਜ ਹੁੰਦੇ ਨੇ ਗੁਰੂ ਦੇ, ਕਿਉਂਕਿ ਆਮ ਵਿਅਕਤੀ ਦੀ ਸੋਚ ਉੱਥੇ ਤੱਕ ਨਹੀਂ ਜਾ ਸਕਦੀ ਜਿੱਥੇ ਦੁਨੀਆ ਦੀ ਸੋਚ ਖਤਮ ਹੋਵੇ। ਉੱਥੋਂ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਗੱਲ ਸ਼ੁਰੂ ਕਰਦੇ ਨੇ। ਜਦੋਂ ਬੰਦਾ ਸੰਸਾਰ ਦੇ ਸਾਰੇ ਹੀਲੇ ਵਸੀਲੇ ਵਰਤ ਲੈਂਦਾ, ਕੋਈ ਬਿਮਾਰੀ ਲੱਗੀ, ਰੋਗ ਲੱਗਿਆ, ਡਾਕਟਰਾਂ ਤੋਂ ਜਵਾਬ ਮਿਲ ਜਾਂਦਾ, ਸੋਚ ਖਤਮ ਹੋ ਗਈ ਨਾ ਦੁਨੀਆ ਦੀ। ਮੈਡੀਕਲ ਸਾਇੰਸ ਨੇ ਕਹਿ ਦਿੱਤਾ ਇਹਨੇ ਬਚਣਾ ਨਹੀਂ, ਵੈਦਾਂ ਹਕੀਮਾਂ ਨੇ ਕਹਿਤਾ ਇਹਦੀ ਸੇਵਾ ਕਰ ਲੋ, ਇਹਨੇ ਬਚਣਾ ਨਹੀਂ। ਪਰਿਵਾਰ ਨੇ ਵੀ ਮੰਨ ਲਿਆ, ਕੁਝ ਦਿਨ ਦਾ ਪ੍ਰਾਹੁਣਾ ਹੈ। ਜਦੋਂ ਆਏ ਗੁਰੂ ਦੀ ਸ਼ਰਨ ਵਿੱਚ ਲਿਆ ਗੁਰੂ ਦਾ ਆਸਰਾ, ਜਿੱਥੇ ਦੁਨੀਆ ਦੀ ਸੋਚ ਖਤਮ ਸੀ, ਮੇਰੇ ਬਾਬੇ ਨਾਨਕ ਨੇ ਉੱਥੇ ਇਲਾਜ ਸ਼ੁਰੂ ਕਰ ਦਿੱਤਾ। ਆਖੋ ਸਤਿਨਾਮ। ਬਾਣੀ ਪੜ ਪੜ ਕੇ ਰੋਗ ਕੱਟੇ ਗਏ, ਸਿਮਰ ਸਿਮਰ ਕੇ ਯਾਦ ਕਰ ਕਰਕੇ ਪਰਮਾਤਮਾ ਨੂੰ ਬਿਮਾਰੀਆਂ ਮੁੱਕ ਗਈਆਂ। ਇੰਨੀ ਕਰਾਮਾਤ ਹੈ ਬੰਦਗੀ ਦੇ ਵਿੱਚ, ਪਰਮਾਤਮਾ ਦੇ ਨਾਮ ਦੇ ਵਿੱਚ। ਅੱਜ ਉਹ ਸਤਿਗੁਰ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ, ਪਿਆਰੇ ਸਿੱਖੋ, ਅਸੀਂ ਵੀ ਚਾਹੁੰਦੇ ਆ ਤੁਸੀਂ ਸਾਡੇ ਨਾਲ ਤਸੀਹੇ ਚੱਲੋ। ਉਹ ਹਾਲਾਤ ਕਿਹੋ ਜਿਹੇ ਹੋਣਗੇ, ਉਹ ਵਕਤ ਕੈਸਾ ਹੋਏਗਾ। ਸੁਨ ਸਿੱਖਿਆਨ ਜਿਨ ਮਨ ਡਰ ਹੋਲੇ, ਬੋਲੇ ਤਬ ਸ਼ਰਧਾ ਤੇ ਡੋਲੇ। ਆ ਸਿੱਖ ਜਾਣਾ ਨਹੀਂ ਸੀ ਚਾਹੁੰਦੇ, ਸਿਰਫ ਇੱਕ ਡਰ ਹੈ। ਮਰਦ ਨੇ ਨੇਤਰ ਭਰ ਕੇ ਤੱਕਿਆ, ਇਹੋ ਜੀ ਮਾਇਆ ਵਰਤਾਈ, ਸਿੱਖਾਂ ਦੇ ਫੁਰਨੇ ਬਣ ਗਏ ਵੀ ਜੀ ਇੱਥੋਂ ਜਾਨ ਛੁੱਟ ਜੇ ਤੇ ਚੰਗਾ ਹੀ। ਆਖੋ ਸਤਿਨਾਮ। ਗੁਰੂ ਦੀ ਰਹਿਮਤ ਹੈ, ਰੱਬ ਚਾਹੇ ਜੋ ਮਰਜ਼ੀ ਕਰਦੇ। ਇੱਕ ਨਜ਼ਰ ਦੇ ਵਿੱਚ ਵਿਚਾਰ ਗੁਰੂ ਸਾਹਿਬ ਬਦਲ ਦਿੰਦੇ ਨੇ, ਅੰਦਰ ਵੇਖਦੇ, ਕਿਉਂਕਿ ਸਿੱਖ ਨਹੀਂ ਸੀ ਜਾਣਾ ਚਾਹੁੰਦੇ, ਮਹਾਰਾਜ ਸਿੱਖਾਂ ਨੂੰ ਭੇਜਣਾ ਚਾਹੁੰਦੇ ਨੇ। ਜੇ ਸਿੱਖ ਇੱਥੇ ਰਹਿ ਗਏ, 3 ਤੇ ਸ਼ਹੀਦ ਹੋ ਗਏ, 3 ਹੋਰ ਸ਼ਹੀਦ ਹੁੰਦੇ ਹੁਣ ਵੇਖੇ ਨਹੀਂ ਜਾਣੇ। ਜਾਨ ਤੋਂ ਪਿਆਰਾ ਅੱਖਾਂ ਸਾਹਮਣੇ ਮਰਦਾ ਹੋਵੇ ਕੌਣ ਬਰਦਾਸ਼ਤ ਕਰਦਾ ਹੈ। 3 ਸਿੱਖ ਸ਼ਹੀਦੀ ਦਾ ਜਾਮ ਪੀ ਗਏ, 3 ਰਹਿ ਗਏ ਨੇ। ਇਹਨਾਂ ਨੂੰ ਮਰਦ ਗਵਾਉਣਾ ਨਹੀਂ ਚਾਹੁੰਦੇ। ਗੁਰੂ ਜੀ ਨੇ ਇਹਨਾਂ ਦੇ ਹਿਰਦੇ 'ਚ ਡਰ ਪੈਦਾ ਕਰਤਾ। ਹੱਥ ਜੋੜ ਕੇ ਕਹਿੰਦੇ, ਮਰਦ ਸੱਚੀ ਜਾ ਸਕਦੇ ਆ, ਨਿਕਲ ਸਕਦੇ ਆ ਇੱਥੋਂ? ਇੱਥੋਂ ਤੇ ਨਿਕਲਣਾ ਔਖਾ ਏ। ਬੰਧਨ ਪਰੇ ਅੰਗ ਮਹਿ ਭਾਰੇ, ਪਹਿਰੂ ਖਰੇ ਸ਼ਸਤਰ ਕਰ ਧਾਰੇ। ਪਾਤਸ਼ਾਹ ਬੇਵਾਸਾਂ, ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ, ਤੇ ਉਹ ਬੇੜੀਆਂ ਤੇ ਹੱਥ ਕੜੀਆਂ ਵੀ ਜੁੜੀਆਂ, ਗਲ ਵਿੱਚ ਕੜਾ ਪਾ ਕੇ।
ਮਰਦ ਇਹ ਤੋਂ ਬਾਅਦ ਬੈਰਕਾਂ ਨੂੰ ਲੱਗੇ ਨੀ ਜੰਦਰੇ, ਡਬਲ ਹੋ ਗਿਆ ਨਾ ਕੰਮ, ਫਿਰ ਟ੍ਰਿਪਲ। ਉਹ ਕੀ ਹੈ? ਪਹਿਰੇਦਾਰ ਖੜੇ ਨੇ, ਚਾਬੀਆਂ ਜੇਬਾਂ 'ਚ ਪਾ ਕੇ, ਹਥਿਆਰ ਲੈ ਕੇ। ਫਿਰ ਜੇਲ੍ਹ ਤੋਂ ਬਾਹਰ ਦੇ 5-7 ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਵੀ ਜਿੰਦਰੇ ਲੱਗੇ ਨੇ। ਹੈ ਅਸੰਜਤ ਪੋਰ ਕਿਵਾਰੇ, ਡਾਰ ਸ਼੍ਰੰਖਲਾ ਤਾਰੋ ਮਾਰੇ। ਮਰਦ ਸਾਨੂੰ ਤੇ ਸੰਗਲੀਆਂ ਪਾ ਪਾ ਕੇ ਸੁੱਟਿਆ ਹੋਇਆ ਸੀ, ਤੇ ਚਾਹ ਕੇ ਵੀ ਦਰਵਾਜ਼ੇ ਦਾ ਮੂੰਹ ਨਹੀਂ ਦੇਖ ਸਕਦੇ। ਨੇਰ ਘੁੱਪ ਕੋਠੜੀਆਂ 'ਚ ਬੰਦ ਕੀਤਾ ਹੋਇਆ, ਸਾਈਆਂ ਨਿਕਲਣਾ ਚਾਹੁੰਦੇ ਆ ਪਰ ਬੇਵਸ ਹਾਂ। ਐਸਾ ਪਰਦਾ ਮਰਦ ਨੇ ਪਾਇਆ ਸਿੱਖਾਂ ਦੀ ਮੱਤ ਤੇ। ਉਸ ਇੱਕ ਸੋਚ ਨਾ ਸਕੀ ਅਸੀਂ ਗੁਰੂ ਸਾਹਿਬ ਨੂੰ ਛੱਡ ਕੇ ਚੱਲੇ ਆ। ਜਿਹੜੇ ਆਗਰੇ ਦੀ ਧਰਤੀ ਤੋਂ ਕਹਿੰਦੇ ਸੀ ਮਹਾਰਾਜ ਸਾਨੂੰ ਮੁੜਨ ਵਾਸਤੇ ਨਾ ਆਖਿਓ, ਮਰਨੀ ਮਰ ਜਾਾਂਗੇ, ਤੇਰਾ ਸਾਥ ਨਹੀਂ ਛੱਡਾਂਗੇ। ਅੱਜ ਉਹਨਾਂ ਸਿੱਖਾਂ ਨੂੰ ਮਰਦ ਨੇ ਆਪ ਕਲਾ ਵਰਤਾ ਕੇ ਇਸ ਪਾਸੇ ਭਰਮਾਤਾ। ਹਾਮੀ ਭਰ ਲਈ ਜਾ। ਅੱਧੀ ਰਾਤ ਦਾ ਸਮਾਂ, 11:30 ਪੌਣੇ 12 ਰਾਤ ਦੇ ਵੱਜੇ ਨੇ। ਪਹਿਰੇਦਾਰ ਜਾਗਦੇ ਖੜੇ ਨੇ। ਕਿਮ ਅਬ ਨਿਕਸਨ ਬਨਹਿ ਹਮਾਰੋ, ਮਰਬੋ ਹੋਏ ਹੈ ਹਿਰਦੇ ਵਿਚਾਰੋ। ਇਹਨਾਂ ਸਿੱਖਾਂ ਦੇ ਵਿੱਚੋਂ ਮੁੱਖ ਸਨ ਭਾਈ ਸਾਹਿਬ ਚੰਦ। ਇਹ 5 ਪਿਆਰਿਆਂ ਵਾਲੇ ਸਿੱਖ ਨਹੀਂ, ਇਹ ਹੋਰ ਸਿੱਖ ਨੇ। ਗਲ ਪੱਲਾ ਪਾ ਕੇ ਕਹਿੰਦੇ ਹੱਥ ਭਾਵੇਂ ਬੰਨੇ ਨੇ। ਗੁਰੂ ਜੀ ਇੱਥੋਂ ਨਿਕਲਣਾ ਸਾਡਾ ਕਿਵੇਂ ਆਸਾਨ ਹੋ ਸਕਦਾ ਹੈ? ਇਹ ਤੇ ਨਾਮੁਮਕਿਨ ਹੈ। ਇੱਕ ਜ਼ਿੰਦਰਾ ਮਨੁੱਖ ਤੋੜ ਲਏਗਾ, ਦੂਜਾ ਦਰਵਾਜ਼ਾ ਤੋੜਿਆ ਜਾ ਸਕਦਾ, ਤੀਜਾ ਮਿਲੀ ਭੁਗਤ ਨਾਲ ਟੁੱਟ ਜਾਏਗਾ। 7 ਜਿੰਦੇ ਹੱਥ ਕੜੀਆਂ ਬੇੜੀਆਂ ਤੋੜਦੀਆਂ ਸੌਖੀਆਂ, ਜੇ ਤੋੜੇਗਾ ਤੇ ਆਵਾਜ਼ ਹੋਏਗੀ। ਇੱਕ ਰਾਤ ਦਾ ਸੁੰਨਾ ਸਮਾਂ ਏ। ਸੁਨ ਸ਼੍ਰੀ ਤੇਗ ਬਹਾਦਰ ਭਾਖਾ, ਕਹੋ ਜਥਾ ਪੂਰੀ ਹੈ ਅਭਿਲਾਖਾ। ਗੁਰੂ ਤੇਗ ਬਹਾਦਰ ਪਾਤਸ਼ਾਹ ਬੜੀ ਪ੍ਰਸੰਨਤਾ ਵਿੱਚ ਬੋਲੇ। ਦੁਨੀਆ ਦਾ ਕਿਹੜਾ ਰਹਿਬਰ ਹੈ ਜਿਹੜਾ ਆਖੇ ਤੁਸੀਂ ਆਪਣੀ ਜਾਨ ਬਚਾਓ ਤੇ ਗੱਲ ਮੇਰੇ ਤੇ ਛੱਡ ਦਿਓ। ਹਰ ਕੋਈ ਕਹਿੰਦਾ ਮੈਨੂੰ ਬਚਾਓ, ਮੈਨੂੰ ਬਚਾ ਲਓ। ਆ ਸਮਾਜ ਵਿੱਚ ਸਾਧ ਕਹਾਉਣ ਵਾਲੇ ਔਰਤਾਂ ਦੀਆਂ ਸਲਵਾਰਾਂ ਪਾ ਕੇ ਲੁਕ ਲੁਕ ਭੱਜਦੇ ਰਹੇ ਨੇ, ਜ਼ਿੰਦਗੀਆਂ ਬਚਾਉਂਦੇ ਰਹੇ ਨੇ ਦੁਨੀਆ ਨੂੰ ਵਕਤ ਵਿੱਚ ਪਾ ਕੇ। ਪਰ ਮੇਰੇ ਸਤਿਗੁਰ ਕਹਿਣ ਲੱਗੇ ਸਿੱਖੋ, ਜੇ ਤੁਹਾਡੇ ਮਨ ਵਿੱਚ ਚਾਹ ਹੈ ਨਾ, ਚਾਹ ਤੁਸੀਂ ਜਾਣਾ ਚਾਹੁੰਦੇ ਹੋ, ਇੱਕ ਗੱਲ ਕਰ ਲੋ, ਦੁਬਦਾ ਵਿੱਚ ਰਹੋ ਨਾ। ਬੰਧਨ ਪਾਇਨ ਤੇ ਛੁੱਟ ਜੈ ਹੈ, ਸਗਰੇ ਪੌਰ ਕੀ ਵਾਰ ਖੁੱਲ੍ਹੈ ਹੈ। ਜੇ ਜਾਣ ਦਾ ਇਰਾਦਾ ਹੈ, ਗੱਲ ਤੇ ਇਰਾਦਿਆਂ ਦੀ ਹੈ। ਇਰਾਦਾ ਨੇਕ ਹੋਵੇ ਕੀ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਜਾਣ ਦਾ ਮਨ ਬਣਾ ਲਓ, ਇੱਕ ਵਾਰ ਰਸਨਾ ਤੋਂ ਵਾਹਿਗੁਰੂ ਕਹਿ ਦਿਓ। ਹੱਥ ਦੀਆਂ ਹੱਥ ਕੜੀਆਂ, ਪੈਰਾਂ ਦੀਆਂ ਬੇੜੀਆਂ, ਜੇਲ੍ਹ ਦੇ ਜਿੰਦੇ ਟੁੱਟ ਜਾਣਗੇ। ਆਖੋ ਸਤਨਾਮ। ਇਹ ਤੇ ਪ੍ਰਮਾਤਮਾ ਦਾ ਨਾਮ ਐਡਾ ਮਹਾਨ ਹੈ। ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਕਿਤੇ ਇਸ ਮੰਤਰ ਨੂੰ ਜਪਿਆ ਜਾਏ ਨਾ, ਵਾਹਿਗੁਰੂ ਵਾਹਿਗੁਰੂ, ਹਉਮੈ ਮੁੱਕ ਜਾਂਦੀ ਅੰਦਰ ਦੀ। ਹਉਮੈ ਦੇ ਪੁਆੜੇ ਨੇ ਜ਼ਿੰਦਗੀ 'ਚ ਸਾਰੇ। ਸਿੱਖਾਂ ਨੂੰ ਵਿਸ਼ਵਾਸ ਸੀ, ਸ਼ਰਧਾ ਸੀ ਕਿ ਅੱਜ ਵਾਹਿਗੁਰੂ ਮੰਤਰ 'ਚ ਗਲਾ ਘਟ ਗਈ, ਕਿ ਅੱਜ ਬਾਣੀ ਵਿੱਚੋਂ ਦਮ ਨਹੀਂ, ਸਭ ਕੁਝ ਹੈ। ਸ਼ਰਧਾ ਵਾਲੀ 'ਚ ਸ਼ਰਧਾ ਦਾ ਦਮ ਨਹੀਂ। ਆਖੋ ਸਤਨਾਮ। ਗੁਰੂ ਤੇ ਭਰੋਸਾ ਨਹੀਂ, ਗੁਰੂ ਦੇ ਬਚਨਾਂ ਤੇ ਯਕੀਨ ਨਹੀਂ। ਸਾਨੂੰ ਅੱਜ ਜੇ ਯਕੀਨ ਕਿਤੇ ਬਣਦਾ ਤੇ ਬੰਦਿਆਂ ਤੇ, ਸਰੀਰਾਂ ਤੇ, ਮਨੁੱਖਾਂ ਤੇ, ਰੱਬ ਦੇ ਬਚਨਾਂ ਤੇ ਭਰੋਸਾ ਨਹੀਂ। ਹੁਣ ਮਰਦ ਨੇ ਬਚਨ ਆਖਿਆ, ਕਹਿੰਦੇ ਸਿੱਖੋ ਜੇ ਜਾਣਾ ਤੇ ਦੱਸੋ। ਉਹਨਾਂ ਹਾਮੀ ਭਰ ਦਿੱਤੀ, ਹਾਂਜੀ ਸਤਿਗੁਰ ਜੀ ਅਸੀਂ ਜਾਣਾ ਚਾਹੁੰਦੇ ਹਾਂ। ਚੌਕੀਦਾਰ ਨਾ ਦੇਖੇ ਕੋਈ, ਚਲੇ ਜਾਓ ਜਿਸ ਇੱਛਾ ਹੋਈ। ਤੁਹਾਨੂੰ ਕੋਈ ਚੌਕੀਦਾਰ ਨਹੀਂ ਵੇਖੇਗਾ, ਕੋਈ ਸਿਪਾਹੀ ਵੇਖ ਨਹੀਂ ਸਕਦਾ। ਜੋ ਤੁਹਾਡੇ ਦਿਲ ਦੀ ਇੱਛਾ ਹੈ ਉਹ ਪੂਰੀ ਹੋ ਜਾਏਗੀ। ਹੁਣ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਜਾਗਣ ਵਾਲੇ ਜਾਗ ਵੀ ਰਹੇ, ਦਰਵਾਜ਼ਿਆਂ ਤੇ ਖੜੇਦਾਰ ਪਹਿਰੇਦਾਰ ਖੜੇ, ਉਹ ਵੀ ਤੱਕ ਰਹੇ ਨੇ। ਪਰ ਇੰਨਾ ਕੁਝ ਹੋਣ ਤੋਂ ਬਾਅਦ ਇੰਨੀ ਟਾਈਟ ਸਿਕਿਉਰਿਟੀ ਵਿੱਚੋਂ ਨਿਕਲ ਕੇ ਜਾਣਾ ਬੜਾ ਔਖਾ ਕੰਮ ਹੈ। ਗੁਰੂ ਦਾ ਬਚਨ ਵੇਖੋ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਗੁਰੂ ਦਾ ਬਚਨ ਤੇ ਐਸਾ ਹੈ ਜਿਸ ਬਚਨ ਨੂੰ ਅੱਗ ਨਹੀਂ ਸਾੜ ਸਕਦੀ, ਜਿਸ ਬਚਨ ਨੂੰ ਪਾਣੀ ਡੋਬ ਨਹੀਂ ਸਕਦਾ, ਸ਼ਸਤਰ ਕੱਟ ਨਹੀਂ ਸਕਦਾ। ਇਹ ਤੇ ਹੋ ਗਿਆ ਤੇ ਪਾਰ ਹੀ ਪਾਰ ਹੈ। ਮਹਾਰਾਜ ਕਹਿੰਦੇ ਸਿੱਖੋ ਤਿਆਰੀ ਕਰ ਲੋ,
ਅੱਧੀ ਰਾਤ ਦਾ ਸਮਾਂ ਹੈ। ਗੁਰੂ ਬਦਨ ਤੇ ਨਿਕਸੇ ਬੈਨ ਵੇਖਿਓ ਤਿਨਹੁ ਪਗ ਬੰਧਨ ਹੈ ਨਾ। ਸਿੱਖਾਂ ਨੇ ਜਦੋਂ ਸਤਿਗੁਰਾਂ ਦੀ ਰਸਨਾ ਤੋਂ ਜਾਣ ਦੇ ਬਚਨ ਸੁਣੇ, ਗੁਰੂ ਜੀ ਕਹਿੰਦੇ ਸਾਡੇ ਬਾਰੇ ਸੋਚਿਓ ਨਾ, ਸਾਡੇ ਬਾਰੇ ਖਿਆਲ ਕਰਿਓ ਨਾ। ਜੇ ਖਿਆਲ ਕਰਕੇ ਬੈਠ ਕੇ ਤੁਹਾਡੇ ਤੋਂ ਜਾਇਆ ਨਹੀਂ ਜਾਣਾ, ਤੁਸੀਂ ਨਿਕਲ ਨਹੀਂ ਸਕਦੇ। ਜਿੱਥੇ ਪ੍ਰੇਮ ਹੋਵੇ ਨਾ, ਪਿਆਰ ਕਰਨ ਵਾਲਾ ਆਪਣੇ ਸੱਜਣ ਨੂੰ ਕਦੇ ਵੀ ਦੁੱਖ ਦੇ ਹਾਲਾਤਾਂ ਵਿੱਚ ਦੇਖ ਕੇ ਜੀ ਨਹੀਂ ਸਕਦਾ। ਪਰ ਅੱਜ ਸਿੱਖਾਂ ਦੇ ਮੱਤ ਤੇ ਮਰਦ ਨੇ ਪਰਦਾ ਪਾਤਾ, ਉਹ ਕੁਝ ਸੋਚ ਸਕੇ ਨਾ। ਤਾਰੇ ਛੁੱਟ ਕਰ ਖੁਲੇ ਕਿਵਾਰਾ ਪਰਿਓ ਬਾਹਰੂ ਨੀਂਦ ਮਝਾਰਾ। ਗੁਰੂ ਦੇ ਬਚਨਾਂ ਤੇ ਵਿਸ਼ਵਾਸ ਸੀ ਸਿੱਖਾਂ ਦਾ। ਜਦੋਂ ਜਿਹੜਾ ਜਿਹੜਾ ਰਸਨਾ ਤੋਂ ਵਾਹਿਗੁਰੂ ਕਹਿੰਦਾ ਹੈ, ਹੱਥ ਦੀਆਂ ਹੱਥ ਕੜੀਆਂ, ਪੈਰਾਂ ਦੀਆਂ ਬੇੜੀਆਂ, ਦਰਵਾਜ਼ਿਆਂ ਦੇ ਤਾਲੇ ਟੁੱਟਦੇ ਜਾਂਦੇ ਨੇ। ਆਖੋ ਸਤਨਾਮ। ਬਾੜ ਬਾੜ ਦੀ ਆਵਾਜ਼ ਆਉਂਦੀ ਹੈ, ਪਹਿਰੇਦਾਰ ਵੇਖਦੇ ਵੇਖਦੇ ਸੌਂ ਗਏ। ਵੇਖਦੇ ਵੇਖਦੇ ਇੱਕਦਮ ਜੇਲ੍ਹ ਦੇ ਪਹਿਰੇਦਾਰਾਂ ਤੇ, ਜਿਹੜੇ ਪਹਿਰੇ ਤੇ ਖੜੇ ਸੀ, ਸੁਸਤੀ ਛਾ ਗਈ। ਉਮਗੇ ਨਿਕਸਨ ਕੋ ਸਿੱਖ ਦੀਨ ਗੁਰ ਪਗ ਪਰ ਤਬ ਬੰਧਨ ਕੀਨ। ਜਦੋਂ ਸਿੱਖ ਜਾਣ ਲੱਗੇ, ਵੇਖਿਆ ਹੱਥ ਕੜੀਆਂ ਖੁੱਲ ਗਈਆਂ, ਬੇੜੀਆਂ ਖੁੱਲ ਗਈਆਂ। ਹੁਣ ਤੁਸੀਂ ਆਪ ਦੱਸੋ ਜੀ, ਗੁਰੂ ਸਾਹਿਬ ਨੂੰ ਕੋਈ ਬੰਧਨਾਂ ਚ ਪਾ ਸਕਦਾ ਹੈ? ਜਿਹੜੇ ਜਮਨਾ ਤੇ ਇਸ਼ਨਾਨ ਕਰ ਸਕਦੇ, ਸਿੱਖਾਂ ਦੇ ਘਰਾਂ 'ਚ ਜਾ ਸਕਦੇ ਨੇ, ਕੌਣ ਗ੍ਰਿਫਤਾਰ ਕਰ ਸਕਦਾ ਹੈ? ਇੱਕ ਮੂਰਖਤਾ ਦੀ ਸੋਚ ਆ ਸਾਡੀ। ਅਸੀਂ ਕਹਿੰਦੇ ਔਰੰਗਜ਼ੇਬ ਨੇ ਮਰਦ ਨੂੰ ਗ੍ਰਿਫਤਾਰ ਕਰ ਲਿਆ, ਅਸੀਂ ਅੰਦਰ ਕਰਤਾ ਸੀ, ਮੁੜ ਕੇ ਮਰਦ ਬਾਹਰ ਨਹੀਂ ਆਏ। ਭੁਲੇਖੇ ਨੇ ਸਾਡੇ, ਕਿਉਂਕਿ ਅੱਜ ਅਸੀਂ ਪ੍ਰਚਾਰਕ ਲੋਕ ਗੁਰੂ ਨੂੰ ਗੁਰੂ ਨਹੀਂ ਜਾਣਦੇ। ਗੁਰੂ ਨੂੰ ਆਪਣੇ ਵਰਗਾ ਵਿਅਕਤੀ ਬਣਾਉਣਾ ਚਾਹੁੰਦੇ ਆ ਵੀ ਜਿਹੋ ਜਿਹਾ ਗੁਰੂ ਉਹੋ ਜਿਹੇ ਅਸੀਂ ਆ। ਸਿਰਫ ਇੰਨਾ ਹੀ ਹੁੰਦਾ ਮਕਸਦ ਲੋਕਾਂ ਦਾ ਵੀ ਗੁਰੂ ਸਾਡੇ ਵਰਗਾ ਸੀ। ਨਹੀਂ ਨਹੀਂ, ਗੁਰੂ ਪਰਮੇਸ਼ਰ ਇੱਕੋ ਜਾਨ। ਬਾਣੀ ਤੇ ਕਹਿੰਦੀ ਗੁਰੂ ਅਤੇ ਪਰਮਾਤਮਾ ਨੂੰ ਇੱਕ ਜਾਣ, ਕੋਈ ਦੂਜਾ ਨਹੀਂ, ਕੋਈ ਹੋਰ ਨਹੀਂ, ਅਲੱਗ ਨਹੀਂ, ਫਰਕ ਨਹੀਂ। ਪਰ ਸਾਡੀ ਸੋਚ, ਅੱਜ ਸਾਡੀ ਕੌਮ ਦੇ ਵਿੱਚ ਅਖੌਤੀ ਪ੍ਰਚਾਰਕਾਂ ਦਾ ਦਿਨ ਰਾਤ ਜ਼ੋਰ ਲੱਗਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਮ ਬੰਦੇ ਸੀ ਜੀ, ਆਮ ਵਿਅਕਤੀ ਸੀ, ਆਮ ਨਹੀਂ ਸੀ। ਉਹ ਆਪ ਪਰਮੇਸ਼ਰ ਸੀ, ਸ੍ਰਿਸ਼ਟੀ ਰਚਣ ਵਾਲੇ ਸਨ। ਉਹ ਦੁਨੀਆ ਵਿੱਚ ਨਹੀਂ ਸੀ ਆਏ, ਉਹ ਤੇ ਦੁਨੀਆ ਨੂੰ ਸਮਝਾਉਣ ਆਏ ਸੀ। ਉਹ ਜ਼ਮਾਨੇ ਦਾ ਹਿੱਸਾ ਨਹੀਂ ਸੀ, ਜ਼ਮਾਨਾ ਬਣਾਉਣ ਵਾਲੇ ਸੀ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਚਨ ਸੁਣਿਆ, ਕੱਲੇ ਕੱਲੇ ਸਿੱਖ ਦੀਆਂ ਹੱਥ ਕੜੀਆਂ, ਬੇੜੀਆਂ ਖੁੱਲ ਗਈਆਂ, ਪਹਿਰੇਦਾਰ ਸੌਂ ਗਏ। ਸਿੱਖਾਂ ਨੇ ਆ ਕੇ ਚਰਨਾਂ ਤੇ ਮੱਥਾ ਟੇਕਿਆ, ਮੱਥਾ ਟੇਕਣ ਲੱਗੇ, ਅੱਖਾਂ ਭਰ ਆਈਆਂ। ਪਹੁੰਚੇ ਰਾਵਰ ਕੇ ਸੁਤ ਪਾਸ ਕਹਾਂ ਸੰਦੇਸ਼ਾ ਕਰਹਿ ਪ੍ਰਕਾਸ਼। ਭੁੱਬ ਮਾਰ ਕੇ ਸਿੱਖ ਰੋਏ, ਕਹਿੰਦੇ ਮਹਾਰਾਜ ਕਿਰਪਾ ਕਰਕੇ ਦੱਸ ਦਿਓ, ਲੱਗਦਾ ਤਾਂ ਨਹੀਂ ਇਹ ਸਰੀਰ ਦੀ ਤੁਹਾਡੇ ਨਾਲ ਮੁਲਾਕਾਤ ਕਦੇ ਹੋ ਜਾਏਗੀ? ਇਹ ਨਹੀਂ ਲੱਗਦਾ ਹੋਏਗੀ। ਕੀ ਬੀਤੀ ਹੋਣੀ ਉਸ ਵੇਲੇ ਸਿੱਖਾਂ ਤੇ? ਰੋ ਰੋ ਕੇ ਕਹਿੰਦੇ ਮਹਾਰਾਜ ਅਸੀਂ ਚੱਲੇ ਆ, ਆਪਣੇ ਪੁੱਤਰ ਨੂੰ ਕੋਈ ਸੁਨੇਹਾ ਦੇਣਾ ਤੇ ਸਾਨੂੰ ਦੇ ਦਿਓ, ਕੋਈ ਸੁਨੇਹਾ। ਕਿਉਂਕਿ 3 ਸਿੱਖ ਸ਼ਹੀਦ ਹੋ ਗਏ। ਸਤਿਗੁਰਾਂ ਸ਼ਹੀਦੀ ਦਾ ਜਾਮ ਪੀਣਾ, ਕਮ ਸੇ ਕਮ ਪਰਿਵਾਰ ਨੂੰ ਤੇ ਕੋਈ ਸੁਨੇਹਾ ਮਿਲੇ। ਆਗਰੇ ਤੋਂ ਬਾਅਦ ਤੇ ਪਤਾ ਹੀ ਨਹੀਂ ਲੱਗਿਆ ਮਰਜ ਕਿੱਥੇ ਕੀ ਕਰਦੇ ਨੇ, ਕਿਹੜੇ ਹਾਲਾਤਾਂ 'ਚ ਨੇ। ਇਹ 3 ਸਿੱਖਾਂ ਨੇ ਗਲ ਪੱਲਾ ਪਾ ਕੇ ਅਰਜ਼ ਕੀਤੀ, ਪਾਤਸ਼ਾਹ ਕੋਈ ਸੁਨੇਹਾ ਗੋਬਿੰਦ ਰਾਏ ਨੂੰ ਦੇਣਾ ਹੋਵੇ ਸਾਡੇ ਤਾਈਂ ਪਹੁੰਚਾ ਦਿਓ। ਸਰਬ ਕਲਾ ਸਮਰੱਥ ਗੁਣ ਖਾਨੀ ਕਹਾਂ ਰਚਹੁ ਕੋ ਸਕਹਿ ਨਾ ਜਾਨੀ। ਪਰ ਸਤਿਗੁਰ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਕੀ ਰਚਦੇ ਹੋ, ਕੀ ਕਰਦੇ ਹੋ? ਤੁਹਾਡੇ ਬਿਨਾਂ ਕੋਈ ਨਹੀਂ ਜਾਣ ਸਕਦਾ। ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣਦਾ ਹੁੰਦਾ ਹੈ, ਜ਼ਮਾਨਾ ਨਹੀਂ ਜਾਣ ਸਕਦਾ। ਕੋਈ ਕਿੱਡਾ ਵੀ ਸਿਆਣਾ ਹੋ ਜੇ, ਕਿੰਨਾ ਵੀ ਗਰੀਬ ਹੋ ਜੇ, ਰੱਬ ਦੀਆਂ ਖੇਡਾਂ ਨੂੰ ਜ਼ਮਾਨਾ ਨਹੀਂ ਕਦੇ ਜਾਣਦਾ। ਉਹਦੇ ਪਿਆਰ ਵਾਲੇ ਕਿਤੇ ਜਾਣ ਲੈਣ, ਗੱਲ ਵੱਖਰੀ ਹੈ। ਅੱਜ ਸਿੱਖ ਬੇਨਤੀ ਕਰਦੇ ਮਹਾਰਾਜ ਤੁਹਾਡੀ ਜਿਹੜੀ ਖੇਡ ਹੈ ਇਹ ਤੂੰ ਅਸੀਂ ਵੀ ਅਣਜਾਣ ਹਾਂ। ਆਪਣੀ ਗਤ ਤੁਮ ਜਾਣੋ ਆਪੇ ਹਰਖ ਨਾ ਸ਼ੋਕ ਰੰਜ ਭਰ ਵਿਆਪੇ। ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਤੇਰੀ ਗਤ, ਤੇਰੀ ਮਰਿਆਦਾ, ਤੇਰੀ ਚਾਲ ਤੁਸੀਂ ਜਾਣਦੇ ਹੋ। ਸਤਿਗੁਰ ਜੀ ਕੀ ਤੁਹਾਨੂੰ ਭਾਉਂਦਾ ਕੀ ਨਹੀਂ ਭਾਉਂਦਾ ਅਸੀਂ ਸੋਚ ਵੀ ਨਹੀਂ ਸਕਦੇ। ਇੰਨਾ ਕਿ ਕਿਸੇ ਖਰੋ ਚਰਨਾਂ ਤੇ ਅਥਰੂ ਕੇਰਦੇ ਨੇ। ਆਪ ਪਰ ਕਿਰਪਾ ਧਾਰ ਮੁਚਵਾਏ ਕਿਮ ਤੁਮਰੇ ਘਰ ਭਖੇ ਜਾਏ। ਸਤਿਗੁਰ ਜੀ ਤੁਸੀਂ ਤੇ ਹੁਕਮ ਕਰਕੇ ਸਾਡੇ ਬੰਧਨ ਤੋੜ ਦਿੱਤੇ, ਅਸੀਂ ਘਰ ਤੁਹਾਡੇ ਜਾ ਕੇ ਕੀ ਮੂੰਹ ਵਿਖਾਵਾਂਗੇ? ਮਾਤਾ ਜੀ ਤੇ ਹੀ ਪੁੱਛਣਗੇ ਨਾ, ਤੁਸੀਂ ਤੇ ਕੈਦ ਚੋਂ ਨਿਕਲ ਕੇ ਆ ਗਏ, ਮੇਰੇ ਪੁੱਤ ਨੂੰ ਕਿੱਥੇ ਛੱਡ ਆਏ ਹੋ?
ਪਿਤਾ ਸਤਿਗੁਰ ਜੀ ਉਦੋਂ ਕੀ ਜਵਾਬ ਦੇਵਾਂਗੇ। ਸ੍ਰੀ ਗੁਰੂ ਤੇਗ ਬਹਾਦਰ ਬੋਲੇ, ਭਾਖੋ ਰਾਖੋ ਧੀਰ ਅਡੋਲੇ। ਜਦੋਂ ਸਿੱਖਾਂ ਦੇ ਪਿਆਰ ਦੇ ਬਚਨਾਂ ਨੂੰ ਸੁਣਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਭਾਈ ਸਾਹਿਬ ਚੰਦ ਦੇ ਮੋਢੇ ਤੇ ਹੱਥ ਰੱਖਿਆ। ਗੁਰਮੁਖਾ, ਸਾਡੇ ਪਰਿਵਾਰ ਨੂੰ ਕਹਿ ਦਿਓ ਅਸੀਂ ਚੜ੍ਹਦੀ ਕਲਾ ਵਿੱਚ, ਸਾਡੇ ਲਈ ਕੋਈ ਗਮ ਕਰੇ ਨਾ। ਇਹ ਮਹੀ ਕਾਰਜ ਹੈ ਹਮ ਕਰਨਾ, ਅੰਤ ਸਮਾ ਸਭ ਹੀ ਪਰ ਬਰਨਾ। ਕੋਈ ਭਰਮ ਨਾ ਰੱਖੇ, ਵਹਿਮ ਨਾ ਰੱਖੇ, ਸਾਡਾ ਇਹੀ ਕਾਰਜ ਸੀ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਅਸੀਂ ਤੇ ਜਨਮ ਹੀ ਇਸ ਕਰਕੇ ਲਿਆ ਸੀ ਇਸ ਧਰਤੀ ਤੇ, ਸਾਡਾ ਇਹ ਕਾਰਜ ਹੈ, ਅਸੀਂ ਸ਼ਹਾਦਤ ਦਾ ਜਾਮ ਪੀਣਾ। ਮਹਾਰਾਜ ਨੇ ਬਚਨ ਬੋਲ ਦਿੱਤੇ। ਜਿਸ ਗੱਲ ਦਾ ਸਿੱਖਾਂ ਨੂੰ ਡਰ ਸੀ ਉਹ ਕੰਨਾਂ ਦੇ ਨਾਲ ਸੁਣ ਲਈ। ਚਿੰਤਾ ਸ਼ੋਕ ਨਾ ਕੀਜਹਿ ਕੋਈ, ਕੂਰਾ ਕਰਹਿ ਤੁਰਕ ਪਤ ਜੋਈ। ਭਾਈ ਚਿੰਤਾ ਨਾ ਕਰਿਓ, ਫਿਕਰ ਨਾ ਕਰਿਓ, ਜਾ ਕੇ ਕਹਿ ਦਿਓ ਜੋ ਅਸੀਂ ਕਰਨ ਲੱਗੇ ਆ ਇਸ ਨੂੰ ਕਰਨ ਵਾਸਤੇ ਖੁਦ ਆਪ ਆਏ ਆ। ਨਾ ਅਸੀਂ ਕੈਦ ਵਿੱਚ ਆ, ਨਾ ਕੈਦ ਸਾਨੂੰ ਕੈਦ ਕਰ ਸਕਦੀ ਕੋਈ। ਗੁਰੂ ਜੀ ਕਹਿੰਦੇ ਸਿੱਖੋ, ਪਰਿਵਾਰ ਨੂੰ ਇਹੀ ਸੰਦੇਹਾ ਦੇਣਾ, ਅਸੀਂ ਜਿਵੇਂ ਵੀ ਹਾਂ ਠੀਕ ਆ, ਸਾਡੇ ਆਉਣ ਦਾ ਇੰਤਜ਼ਾਰ ਨਾ ਕਰਿਓ। ਆਖੋ ਸਤਨਾਮ, ਸਰੀਰ ਕਰਕੇ ਕਦੇ ਨਹੀਂ ਆਉਣਾ। ਜਦੋਂ ਸਤਿਗੁਰਾਂ ਦੀ ਰਸਨਾ ਤੋਂ ਤਿੰਨੇ ਸਿੱਖਾਂ ਨੇ ਸੁਣਿਆ, ਗਲ ਬੰਦ ਹੋ ਗਏ, ਅੱਖਾਂ ਹੀ ਬੋਲਦੀਆਂ ਨੇ, ਭੁੱਬਾ ਮਾਰ ਕੇ ਰੋਂਦੇ ਨੇ। ਮਰਦ ਕਹਿੰਦੇ ਕਿਉਂ ਗਮ ਕਰਦੇ ਹੋ, ਇਹ ਮਿੱਟੀ ਹੈ, ਇਹਨੇ ਮਿੱਟੀ ਵਿੱਚ ਮਿਲ ਜਾਣਾ ਏ। ਸਭ ਜਗ ਕੋ ਦੁਖ ਦਾਇਕ ਪਾਪੀ, ਬਿਨ ਸਹੇ ਵਧੇ ਨਾ ਤੇਜ ਪ੍ਰਤਾਪੀ। ਭਾਈ ਸਿੱਖੋ, ਚਿੰਤਾ ਤਾਕੀ ਕੀਜੀਐ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਚਿੰਤਾ ਕਾਦੀ ਕਰਨੀ, ਪਰਿਵਾਰ ਨੂੰ ਜਾ ਕੇ ਦੱਸੋ ਕੋਈ ਅਣਹੋਣੀ ਨਹੀਂ, ਇਹ ਹੋਣੀ ਸੀ ਅਸੀਂ ਆਪ ਕੀਤੀ ਹੈ। ਅਸੀਂ ਤੇ ਮਲੇਸ਼ਾਂ ਦੇ ਸਿਰ ਤੇ ਠੀਕਰਾ ਭੰਨਣ ਲੱਗੇ। ਇਹ ਅੰਤਮ ਉਪਦੇਸ਼ ਹੈ ਜੇਲ੍ਹ ਵਿੱਚੋਂ ਸਿੱਖਾਂ ਦੇ, ਤਾਂ ਹੀ ਜੋ ਪਰਿਵਾਰ ਨੂੰ ਮਿਲਣਾ ਹੈ। ਇਸ ਤੋਂ ਬਾਅਦ ਜੋ ਕੁਝ ਹੋਇਆ ਉੱਤੇ ਫਿਰ ਚਿੱਠੀ ਪੱਤਰ ਨੇ, ਖੱਤ ਹੋਣਗੇ। ਅੱਜ ਤੇ ਸਪਸ਼ਟ ਮਹਾਰਾਜ ਨੇ ਸਾਥੀਆਂ ਨੂੰ ਕਹਿ ਦਿੱਤਾ, ਸਾਨੂੰ ਯਾਦ ਕਰਨ ਆਇਓ ਨਾ, ਸਾਨੂੰ ਮਿਲਣ ਆਇਓ ਨਾ। ਪੂਰਬ ਜਨਮ ਕਰੇ ਤਪ ਭਾਰੇ, ਕਰਹਿ ਦਗਦ ਇੰਦਨ ਸੰਸਾਰੇ। ਆ ਇਹਨਾਂ ਪਾਪੀਆਂ ਨੇ ਪੂਰਬਲੇ ਜਨਮਾਂ ਵਿੱਚ ਕਿੰਨੇ ਚੰਗੇ ਕਰਮ ਕੀਤੇ, ਅੱਜ ਰਾਜ ਭਾਗ ਮਿਲ ਗਿਆ। ਮਰਦ ਕਹਿੰਦੇ ਇਹਨਾਂ ਦਾ ਰਾਜ ਭਾਗ ਅਤਿਆਚਾਰ ਤੇ ਪਾਪ ਹੋ ਗਿਆ। ਅਸੀਂ ਜੇਲ੍ਹ ਵਿੱਚ ਬਹਿ ਕੇ ਕਿਉਂ ਬੈਠੇ ਆ? ਉਹ ਰੰਗ ਜੇਬ ਪਾਪੀ ਦੇ ਚੰਗੇ ਕਰਮਾਂ ਨੂੰ ਸਾੜ ਰਹੇ। ਆਖੋ ਸਤਨਾਮ। ਜਦੋਂ ਕੋਈ ਕਿਸੇ ਗੁਰਸਿੱਖ ਦਾ ਨਰਾਦਰ ਕਰਦਾ, ਕੋਈ ਮੰਦੇ ਚੰਗੇ ਬੋਲਦਾ, ਉਦੋਂ ਰੱਬ ਦੇ ਪਿਆਰੇ ਚੁੱਪ ਕਿਉਂ ਹੁੰਦੇ ਨੇ? ਉਹਨਾਂ ਦੀ ਚੁੱਪੀ ਦਾ ਕਾਰਨ ਹੁੰਦਾ, ਸੱਜਣਾ ਜੋ ਕਹਿਣਾ ਕਹਿ ਲੈ, ਸਾਡਾ ਕੁਛ ਨਹੀਂ ਜਾਣਾ। ਆਪਣੇ ਚੰਗੇ ਕਰਮਾਂ ਨੂੰ ਮਾੜੀ ਜ਼ੁਬਾਨ ਦੇ ਨਾਲ ਸਾੜਨ ਲੱਗਿਆ ਹੋਇਆ, ਸਾੜ ਲੈ, ਬੋਲਣਾ ਬੋਲ ਲੈ। ਮਰਦ ਕਹਿੰਦੇ ਉਹ ਰੰਗ ਜੀਵ ਨਿਤ ਨਿੰਦਿਆ ਕਰਦਾ, ਨਿਤ ਮਾੜੇ ਸ਼ਬਦ ਬੋਲਦਾ। ਅਸੀਂ ਤੇ ਇਸ ਜੇਲ੍ਹ ਵਿੱਚ ਬੈਠੇ ਆ, ਉਹਦੇ ਚੰਗੇ ਕਰਮ ਸਾੜ ਦਈਏ ਤਾਂ ਜੋ ਚੰਗੇ ਕਰਮਾਂ ਦਾ ਸਹਾਰਾ ਲੈ ਕੇ ਉਹ ਬੁਰੇ ਕਰਮ ਨਾ ਕਰੇ। ਕਈ ਵਾਰ ਪ੍ਰਾਣੀ ਚੰਗੇ ਕਰਮਾਂ ਦਾ ਆਸਰਾ ਲੈ ਕੇ ਮਾੜੇ ਕਰਮ ਕਰੀ ਜਾਂਦੇ। ਗੁਰੂ ਜੀ ਕਹਿੰਦੇ ਉਹ ਕਰਮ ਜੇਲ੍ਹ ਵਿੱਚ ਬਹਿ ਕੇ ਸੜਨੇ ਨੇ, ਜਦੋਂ ਉਹ ਨਰਾਦਰ ਕਰੇਗਾ। ਸਾਹਿਬਜ਼ਾਦਾ ਅਬ ਲਖਨੌਰ, ਵਧਿਓ ਸਰੀਰ ਭਇਓ ਬਲ ਠੌਰ। ਗੁਰੂ ਜੀ ਕਹਿੰਦੇ ਜਾਂਦੇ ਜਾਂਦੇ ਲਖਨੌਰ ਸਾਹਿਬ ਜਾਇਓ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਹੁਰਾ ਘਰ ਲਖਨੌਰ ਸਾਹਿਬ। ਮਰਜ ਉੱਥੋਂ ਦਾ ਬਚਨ ਕਰਦੇ ਨੇ, ਕਹਿੰਦੇ ਸਾਹਿਬਜ਼ਾਦਾ ਜੀ ਨੂੰ ਮਿਲ ਕੇ ਜਾਇਓ, ਫਿਰ ਆਪਣੇ ਘਰ ਚਲ ਜਿਓ, ਤੁਹਾਡੇ ਤੇ ਕੋਈ ਆਂਚ ਆਏਗੀ ਨਹੀਂ। ਆਪਣਾ ਪੁਰ ਸੰਭਾਰ ਹੋ ਜਾਈ, ਨਿਰਭੈ ਬਸੋ ਤਹ ਚਿੰਤ ਨ ਕਾਈ। ਕੋਈ ਚਿੰਤਾ ਨਹੀਂ ਕਰਨੀ, ਕੋਈ ਫਿਕਰ ਨਹੀਂ ਕਰਨਾ। ਉਹ ਰੰਗ ਜੇਬ ਲੱਭਣਾ ਤੇ ਇੱਕ ਪਾਸੇ, ਤੁਹਾਡੇ ਬਾਰੇ ਸੋਚ ਵੀ ਨਹੀਂ ਸਕਦਾ ਤੁਸੀਂ ਕਿੱਥੇ ਹੋ। ਤੁਸੀਂ ਕੈਦ ਚੋਂ ਨਿਕਲ ਜਾਣਾ ਨਾ ਰਾਤ ਨੂੰ, ਸਵੇਰ ਹੁੰਦੇ ਆ ਬਾਦਸ਼ਾਹ ਦੀ ਮੱਤ ਤੇ ਪਰਦਾ ਪੈ ਜਾਏਗਾ, ਉਹ ਲੱਭੇਗਾ ਹੀ ਨਹੀਂ ਤੁਹਾਨੂੰ, ਉਹਨੂੰ ਸੁੱਝਣਾ ਹੀ ਨਹੀਂ। ਸੁੱਝੇਗਾ ਕਿਉਂ ਨਹੀਂ? ਜਦੋਂ ਬੰਦਾ ਅੱਤ ਦਾ ਪਾਪ ਕਰ ਲੇ ਤੇ ਛੋਟੀਆਂ ਮੋਟੀਆਂ ਗੱਲਾਂ ਫਿਰ ਸਮਝ ਨਹੀਂ ਆਉਂਦੀਆਂ, ਪਛਤਾਵਾ ਹੀ ਇੰਨਾ ਹੁੰਦਾ ਹੈ। ਤੇ ਔਰੰਗਜ਼ੇਬ ਬਾਦਸ਼ਾਹ ਬਾਰੇ ਮਹਾਰਾਜ ਕਹਿੰਦੇ ਨੇ ਤੁਸੀਂ ਡਰ ਨਹੀਂ ਰੱਖਣਾ, ਭੈ ਨਹੀਂ ਰੱਖਣਾ। ਲਖਨੌਰ ਸਾਹਿਬ ਪਰਿਵਾਰ ਨੂੰ ਦਿਲਾਸਾ ਦੇ ਕੇ ਆਪਣੀ ਕਿਰਤ ਘਰ ਜਾ ਕੇ ਕਰੋ। ਸ਼ੁਭ ਆਨੰਦਪੁਰ ਅਧਿਕ ਬਸਾਵੋ,
ਅਬ ਨਾ ਰਹੋ ਇਹ ਠਾਂ ਜਲ ਜਾਵੋ। ਤੇ ਜਾ ਕੇ ਲਖਨੌਰ ਸਾਹਿਬ ਕਹਿ ਦਿਓ ਡਰਨਾ ਨਹੀਂ ਕਿਸੇ ਤੋਂ, ਛੱਡ ਦਿਓ ਲਖਨੌਰ ਸਾਹਿਬ, ਹੁਣ ਆਨੰਦਪੁਰ ਵਸ ਜਾਓ। ਆਨੰਦਪੁਰ ਦੀਆਂ ਸੰਗਤਾਂ ਨੂੰ ਮਿਲੋ, ਕਿਸੇ ਦਾ ਭੈ ਨਾ ਰੱਖਿਓ। ਇਹ ਸੰਦੇਸ਼ਾ ਭਨਹੁ ਹਮਾਰੂ, ਚਿੰਤਾ ਸ਼ੋਕ ਨਾ ਕਛ ਉਰ ਧਾਰੂ। ਗੁਰੂ ਜੀ ਕਹਿੰਦੇ ਸਾਡਾ ਤੇ ਬਸ ਆਹੀ ਸੰਦੇਸ਼ ਹੈ ਪਰਿਵਾਰ ਲਈ, ਚਿੰਤਾ ਨਾ ਕਰਿਓ, ਸ਼ੋਕ ਨਾ ਕਰਿਓ, ਜਾ ਕੇ ਕਹਿ ਦਿਓ ਚੜ੍ਹਦੀ ਕਲਾ ਵਿੱਚ ਰਹੋ। ਸਾਡੇ ਬਾਰੇ ਮਨ ਵਿੱਚ ਕੋਈ ਖਿਆਲ ਨਾ ਰੱਖਿਓ। ਅੰਤ ਸਮਾ ਹਮਰੇ ਤਨ ਕੀਰਾ, ਕੇਦਿਕ ਦਿਵਸ ਪਹੁੰਚਿਓ ਨੀਰਾ। ਸਿੱਖ ਸੁਣ ਹੋ ਗਏ, ਸੁਣ ਕੇ ਬੋਲ। ਮਰਦ ਕਹਿੰਦੇ ਸਾਡਾ ਅੰਤਮ ਸਮਾਂ ਨੇੜੇ ਆ ਗਿਆ, ਸਰੀਰ ਛੱਡ ਜਾਣਾ। ਸਿੱਖੋ ਇਹ ਤੇ ਇੱਕ ਬਹਾਨਾ ਬਣਾਇਆ, ਮਰਨਾ ਜਦੋਂ ਆ ਜੇ, ਮੌਤ ਆ ਜੇ, ਕਿਆ ਜਾਣਾ ਕਿਬ ਮਰਹੇਗੇ, ਕੈਸਾ ਮਰਨਾ ਹੋਏ। ਬੰਦਾ ਵੱਡੀਆਂ ਵੱਡੀਆਂ ਉਮੀਦਾਂ ਲਾਈ ਬੈਠਾ ਜ਼ਿੰਦਗੀ ਦੀਆਂ, ਕੋਈ ਪਤਾ ਨਹੀਂ ਕਦੋਂ ਕਿੱਥੇ ਕਿਵੇਂ ਕਿਹਨੇ ਕਿੱਦਾਂ ਮਰ ਜਾਣਾ, ਕੋਈ ਪਤਾ ਨਹੀਂ। ਗੁਰੂ ਜੀ ਕਹਿੰਦੇ ਮਰਨਾ ਕਿਤੇ ਵੀ ਹੋਵੇ, ਮੌਤ ਮੌਤ ਹੈ, ਮੌਤ ਵਿੱਚ ਫਰਕ ਨਹੀਂ ਹੁੰਦਾ। ਭਾਵੇਂ ਉਹ ਕਿਸੇ ਤਰੀਕੇ ਨਾਲ ਆ ਰਹੀ ਹੈ, ਜਿੰਦ ਜਿਵੇਂ ਨਿਕਲਣੀ ਉਦਾਂ ਹੀ ਨਿਕਲਣੀ ਹੈ। ਗੁਰੂ ਜੀ ਕਹਿੰਦੇ ਸਾਡੀ ਮੌਤ ਕਰੀਬ ਹੈ, ਸਾਡਾ ਅੰਤਮ ਸਮਾਂ ਕੁਝ ਦਿਨਾਂ ਦਾ ਰਹਿ ਗਿਆ ਏ। ਆਨ ਥਾਨ ਪੀ ਤਜਬੋ ਤਨ ਕੋ, ਇਸ ਥਲ ਕਰ ਪੂਰਾ ਤੁਰਕਨ ਕੋ। ਜੇ ਪਰਿਵਾਰ ਸੋਚੇ ਵੀ ਅਸੀਂ ਕੀ ਕਰ ਲਿਆ, ਕੀ ਭਾਣਾ ਵਰਤਾਇਆ, ਮਰਦ ਕਹਿੰਦੇ ਮੌਤ ਨੂੰ ਟਾਲ ਸਕਦਾ ਕੋਈ? ਸਭ ਜਗ ਕਾਲ ਵਸ ਹੈ, ਸਾਰਾ ਸੰਸਾਰ ਕਾਲ ਦੇ ਵਸ ਹੈ, ਕਾਲ ਗੁਰੂ ਦੇ ਵਸ ਹੈ। ਮਰਦ ਕਹਿੰਦੇ ਇੱਥੇ ਨਾ ਮਰਦੇ ਤੇ ਬਾਹਰ ਵੀ ਮਾਰੀ ਜਾਏ। ਵੇਖੋ ਬਚਨ ਕਿੰਨੇ ਸਿੱਧੇ ਕਰ ਰਹੇ ਨੇ। ਵੇਖੋ ਜੀ ਮਰਨਾ ਮਰਨਾ ਹੀ ਹੁੰਦਾ, ਉਹਨੂੰ ਭਾਵੇਂ ਕੋਈ ਸ਼ਹੀਦੀ ਕਹਿ ਲਏ, ਭਾਵੇਂ ਉਸ ਮੌਤ ਨੂੰ ਕੋਈ ਸ਼ਹਾਦਤ ਆਖ ਲਏ, ਭਾਵੇਂ ਉਸ ਮੌਤ ਨੂੰ ਕੋਈ ਫਾਹਾ ਕਹਿ ਲਏ। ਮੌਤ ਹੈ ਨਾ, ਮਰਨਾ ਸੱਚ ਹੈ ਨਾ। ਸਿੱਖ ਧਰਮ ਦੀ ਬੁਨਿਆਦ ਮਰਨ ਤੱਕ ਹੈ। ਜਿਹੜਾ ਚੰਗੇ ਕਰਮਾਂ ਲਈ ਮਰ ਜੇ ਉਹਨੂੰ ਸੂਰਮਾ ਕਿਹਾ ਜਾਂਦਾ, ਸ਼ਹੀਦ ਆਖਿਆ ਜਾਂਦਾ ਹੈ। ਇਸੇ ਕਰਕੇ ਤੇ ਬਾਣੀ ਕਹਿੰਦੀ ਕਬੀਰ ਮੋਹੇ ਮਰਨੇ ਕਾ ਚਾਓ ਹੈ। ਗੱਲ ਤੇ ਮਰਨ ਦੀ ਹੈ ਨਾ। ਮਰਨਾ ਕਿੱਦਾਂ ਹੈ? ਸਿੱਖ ਨੇ ਸਰੀਰ ਕਰਕੇ ਨਹੀਂ ਮਰਨਾ, ਮਨ ਕਰਕੇ ਮਰਨਾ। ਹਉਮੈ ਮਾਰਨੀ ਹੈ। ਜਿਉਂਦੇ ਜੀ ਹਉਮੈ ਮਰ ਗਈ ਤੇ ਮਰਿਆ ਨੂੰ ਕੌਣ ਪੁੱਛਦਾ? ਪੁੱਛਦਾ ਕੋਈ? ਜਦ ਕੋਈ ਮਰ ਜੇ ਘਰ ਦੇ ਨਹੀਂ ਪੁੱਛਦੇ। ਮਰਦ ਕਹਿੰਦੇ ਜਦੋਂ ਅੰਦਰ ਦੀ ਹਉਮੈ ਤੇਰੀ ਮਰ ਗਈ ਨਾ, ਤੈਨੂੰ ਸੰਸਾਰ ਨੇ ਨਹੀਂ ਪੁੱਛਣਾ, ਫਿਰ ਤੈਨੂੰ ਪੁੱਛੇਗਾ ਨਿਰੰਕਾਰ ਆਖੋ ਸਤਨਾਮ। ਦੁਨੀਆ ਤੇ ਕਹੇਗੀ ਚੰਦਾਏ ਇਹ ਅੰਮ੍ਰਿਤ ਛਕੀ ਫਿਰਦਾ, ਵੱਡਾ ਗਿਆਨੀ ਬਣ ਗਿਆ, ਇਹ ਜਿਆਦੇ ਸਮਝਦਾਰ ਹੋ ਗਿਆ। ਲੋਕੀ ਤੇ ਬੜਾ ਕੁਝ ਕਹਿੰਦੇ ਨੇ, ਪਰ ਤੂੰ ਗੁਰੂ ਦੀ ਨਜ਼ਰ ਵਿੱਚ ਸਿਆਣਾ ਹੁੰਦਾ। ਮਰਦ ਕਹਿੰਦੇ ਮਰਨਾ ਮਰਨਾ ਹੀ ਹੈ। ਪਰਿਵਾਰ ਨੂੰ ਕਹਿ ਦਿਓ ਇਹ ਨਾ ਸੋਚੇ ਅਸੀਂ ਕਿੱਥੇ ਬਹਿ ਗਏ, ਮੌਤ ਕਿਉਂ ਗੱਲ ਲਾ ਲਈ। ਮਰਦ ਕਹਿੰਦੇ ਅੰਤਮ ਸਮਾਂ ਭਾਵੇਂ ਬਾਹਰ ਆ ਜੇ ਭਾਵੇਂ ਅੰਦਰ ਆ ਜੇ, ਜਦੋਂ ਸਮਾਂ ਹੋਵੇ ਕੋਈ ਟਾਲ ਨਹੀਂ ਸਕਦਾ। ਇਹ ਕਾਰਨ ਲਖ ਰਹੋ ਨਿਚਿੰਤ, ਕਸ਼ਟ ਨਾ ਧਾਰਹੁ ਹਿਰਦੈ ਕਦੰਚ। ਕਿਸੇ ਵੀ ਸੰਗਤ ਨੇ ਕੋਈ ਕਸ਼ਟ ਨਹੀਂ ਰੱਖਣਾ, ਚਿੰਤਾ ਨਹੀਂ ਕਰਨੀ, ਸੋਚਣਾ ਨਹੀਂ। ਮਰਦ ਕਹਿੰਦੇ ਸਭ ਕੁਝ ਕਰਨ ਦੇ ਹੱਕਦਾਰ ਵੀ ਆ ਤੇ ਜ਼ਿੰਮੇਵਾਰ ਵੀ ਆ। ਸਾਡੀ ਇਸ ਮੌਤ ਤੇ ਸਾਡੀ ਇਹ ਸ਼ਹਾਦਤ ਲਈ ਔਰੰਗਜ਼ੇਬ ਨੂੰ ਜ਼ਿੰਮੇਵਾਰ ਨਾ ਬਣਾਇਓ। ਮਰਦ ਕਹਿੰਦੇ ਸਿੱਖੋ ਝਾਤ ਮਾਰ ਕੇ ਵੇਖੋ ਕੌਣ ਮਰਨ ਵਾਲਾ ਤੇ ਕੌਣ ਮਾਰਨ ਵਾਲਾ ਹੈ। ਆ ਜਿਹੜਾ ਬਚਨ ਹੈ ਨਾ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਫਿਰ ਮਰਜ ਅੱਗੇ ਬਚਨ ਕਰਦੇ ਨੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਜਦੋਂ ਇਹ ਨਜ਼ਰੀਆ ਆ ਜੇ ਫਿਰ ਪੁੱਛਿਆ ਜਾਂਦਾ ਕੌਣ ਮਰਿਆ, ਕਿਹਨੇ ਮਾਰਿਆ, ਕਿੱਥੇ ਮਰਿਆ। ਬੰਦਾ ਨਹੀਂ ਮਰਦਾ ਕਦੇ, ਆਪਾਂ ਵੀ ਨਹੀਂ ਮਰਦੇ ਕਦੇ। ਸਤਜੁਗ ਵਿੱਚ ਵੀ ਆਪਾਂ ਸੀ, ਦੁਆਪਰ ਵਿੱਚ ਵੀ ਸੀ, ਹੁਣ ਵੀ ਹਾਂ, ਆਉਣ ਵਾਲੇ ਸਮੇਂ ਵਿੱਚ ਵੀ ਰਹਾਂਗੇ। ਤੁਸੀਂ ਸੋਚੋਗੇ ਆਹ ਗੱਲ ਨਵੀਂ ਸੁਣੀ ਹੈ, ਸੱਚ ਹੈ। ਸਰੀਰ ਮਰਦਾ ਹੈ, ਕਈ ਵਾਰ ਮਰਿਆ, ਆਤਮਾ ਵੀ ਉਹੀ ਹੈ ਜਿਹਦੇ ਬਾਰੇ ਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ, ਮੂਲ ਪਛਾਣ। ਤੇਰਾ ਮੂਲ ਕੀ, ਤੇਰਾ ਮੁੱਢ ਕੀ? ਤੇਰਾ ਮੁੱਢ ਹੈ ਪਰਮਾਤਮਾ, ਮੁੱਢ ਹੈ ਤੇਰਾ ਪਰਮੇਸ਼ਰ। ਬੰਦਿਆ ਤੂੰ ਕਦੇ ਨਹੀਂ ਮਰਦਾ, ਨਾ ਤੈਨੂੰ ਕੋਈ ਮਾਰ ਸਕਦਾ। ਰੱਬ ਦੇ ਪਿਆਰੇ ਦੁਨੀਆ ਤੋਂ ਸਰੀਰ ਕਰਕੇ ਚਲੇ ਜਾਂਦੇ, ਚੰਗਿਆਂ ਬੰਦਿਆਂ ਦੀਆਂ ਯਾਦਾਂ ਦੁਨੀਆ ਤੇ ਰਹਿੰਦੀਆਂ। ਮਰਦਾ ਕੋਈ? ਮਾੜੇ ਵੀ ਮਰ ਗਏ, ਹਿਟਲਰ ਮਰ ਗਿਆ। ਇੱਥੇ ਆ ਹੁਣ ਔਰੰਗਜ਼ੇਬ ਦੀ ਗੱਲ ਚੱਲਦੀ, ਮਰਿਆ ਤੇ ਉਹ ਵੀ ਹੈ ਨਾ, ਰੂਹ ਤਾਂ ਨਹੀਂ ਮਰੀ ਉਹਦੀ।
रूह नहीं मरदी, आत्मा नहीं मरदी, शरीर बदले है ते जमाना इसे मौत तो डरी जाता है। जेड़ी मौत तो सारा जमाना डरदा है, रब दे प्यारे साधु उन्हें मुंह तो पुकार के मंगदे ने। अज गुरु तेग बहादुर साहब जियां ने कह दिता, सिखो रोना नहीं किसे ने, गम नहीं करना, चिंता ना करियो, इस संगत नूं भी कह दिओ बस ये खेडां ही ने। सिखां दे सीस ते हाथ रखिया, चुप हो गए, वो जान गए ने सतगुरां एक बहाना बनाया। औरंगजेब दे कर्म नाश होण लग पए। एक सो अब तुम लखे ना कोई, सुनत सिख त्रै गमने सोई। गुरु जी कहंदे उठो सिखो, चलो प्यारिओ, हिम्मत ना पवे जान दी। सतगुर आप उठ पए। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਉੱਠੇ, ਹੱਥਾਂ ਦੀਆਂ ਹੱਥ ਖੜੀਆਂ, ਪੈਰਾਂ ਦੀਆਂ ਬੇੜੀਆਂ ਖੁੱਲ ਕੇ ਡਿੱਗ ਪਈਆਂ। ਆਖੋ ਸਤਨਾਮ। ਚੱਲ ਕੇ ਬੜੇ ਪਿਆਰ ਨਾਲ ਤਿੰਨੇ ਸਿੱਖਾਂ ਨੂੰ ਲੈ ਕੇ ਮਰਗ ਦਰਵਾਜ਼ੇ ਕੋਲ ਆ ਕੇ ਮੁੱਖ ਦੇ। ਉਹ ਜਿਹੜੇ ਸਿੱਖਾਂ ਨੂੰ ਭਜਾ ਸਕਦੇ, ਕੱਢ ਸਕਦੇ, ਕੀ ਗੁਰੂ ਆਪ ਨਹੀਂ ਜਾ ਸਕਦੇ? ਜਾ ਸਕਦੇ ਨੇ, ਪਰ ਜੋ ਉਹ ਕਰਨ ਲੱਗੇ ਦੁਨੀਆ ਤੇ ਕੋਈ ਕਰ ਨਹੀਂ ਸਕਦਾ, नहीं सी कोई कर सकता। औरंगजेब दा जुल्म ही इन्ना सी, उहदे कर्म ही इन्ने चंगे पुराने कीते होए सी, इन्नी भगती कीती सी भी वो अपनी भगती खराब कर रहा सी माड़ी करतूतां करके, पाप कर करके। आ तीन पाप उहने कर लए ने, उस तो पहला किन्ने साधु मारे ने, फिर भी बंदा जे जिउंदा बैठा है राज करता है। गुरु साहब ने तिन्ने सिखां नूं वधाई दित्ती। वो चरनां ते मत्था टेक के जदों गए, पहरेदार सुत्ते थे, जेलर भी भूख नींद विच सुत्ता है। किन्हो ना हेरे वहर प्याने, हरकत हवै कर छिपर सिधाने। कहंदे किसे ने वेखिया ना, किसे ने सुंघिया ना, किसे नूं पता ना लग्या। इत्थों तक जेल तो बाहर कुत्ते छड्डे होए सी। ਹੁਣ ਕੁੱਤਾ ਦੀ ਅੱਖ ਬੰਦ ਕਰਕੇ ਵੀ ਬੈਠਾ ਹੋਵੇ, ਇਹਨਾਂ ਦੀਆਂ ਨਾਸਾਂ ਕੰਮ ਕਰਦੀਆਂ, ਸੁੰਘ ਕੇ ਬੰਦਾ ਪਛਾਣਦੇ। ਸਭ ਕੁੱਤੇ ਵੀ ਸੁੱਤੇ ਪਏ। ਸਿੱਖਾਂ ਨੇ ਕੀ ਕੀਤਾ? ਜੇਲ੍ਹ ਦੀਆਂ ਕਿਲੇ ਦੀਆਂ ਕੀਤੀਆਂ ਪ੍ਰਕਰਮਾਂ, ਡਰ ਨਹੀਂ ਰੱਖਿਆ ਕੋਈ। ਜਾਂਦੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ, ਪਿੱਛਾ ਮੁੜ ਮੁੜ ਵੇਖਦੇ ਜਾਂਦੇ। गुरु तेग बहादुर पातशाह वापस अंदर आ गए। उसे थां ते चौंकड़ा ला लिया। निकस गए तारे पुन भीरे, प्रथम समान सकल कुछ करे। हुण सतगुर जदों बैठे अपने आप दरवाजे लग रहे ने, ताले लग रहे ने, ते हथ कड़ियां ते पैरां नूं बेड़ियां बैठण सारी लग गईयां। किहो जे रंग मेरे सतगुर वरताउंदे, किदां दीयां खेडां मेरे सतगुरां दीयां ने। इन्ना अमीर इतिहास है सिख कौम दा। दुख इस गल दा है, दुखांत सिख परिवारां विच रहण वाले बच्चियां नूं नहीं पता। आखो सतनाम। उमरां लंघियां, पता ही नहीं किसे नूं की होया। गुरु तेग बहादुर पातशाह चांदनी चौक गए शहीदी दा जाम पी के। गुरु अर्जन देव पातशाह चंदू दी जेल विच गए, उत्थे जाके उन्हां शरीर छड्ड दित्ता। बस इन्ना की है। गुरु नानक पातशाह ने 4 उदासियां कीतियां जी, बा फिर उन्होंने जाके करतारपुर दी धरती ज्योति जोत समा गए। इन्ना की इतिहास है? नहीं। किन्ने साल तुहानू सुणदिआं नूं हो गए? 3 ਤੋਂ 4 साल का समा हो गया। अजे भी इतिहास चलदे नूं 1 साल 6 महीने या 8 महीने कुछ भी लग सकता है। वड्डा ना इतिहास ये भी शॉर्ट विच चलदा, तां समा घट लगदा है। वेखो इन्ना इतिहास कर्मां वाले याद रखदे। आखो सतनाम। बड़े तुहाडे विच गुरमुख प्यारे जिन्हां नूं सारा ही याद है, जो हुण तक सुणिआ ते कर्मां वालियां संगतां इदां भी पंजाब दी धरती ते बैठियां ने। आपां ते एक बार सुण रहे हैं ना कथा, कोई उन्हां ने 5 वार सुणियो, फिर कहंदे गुरमुखो अजे होर सुणा दो। आखो सतनाम। ये ते इतिहास ही इन्ना रंगला आनंदमई, जिन्नी वार सुणी जाओगे नवां ही नवां लगी जाना, नवें तो नवां। हुण गुरु तेग बहादुर पातशाह चौंकड़ा ला के बैठ गए। रात का 1-1:30 बज गया। सिख रातों रात दिल्ली तो बाहर आ गए। जन मृत के मुख ते निकसाए, पंथ भयानक तूरन धाए। इदा महसूस करते जा रहे ने जिवें मौत दे मुंह चों निकले होण, कोई शेर दे पिंजरे चों निकलिया होवे। ये सच है। जे सिख अज जेल चों ना निकलदे, सवेर हुंदिआं इन्हां नूं कोलूआं च पीड़ना सी। जिवें गन्ना कलाड़ी च पीड़िया जांदा ना, इदां दी सजा सी। औरंगजेब इदां दे पाप करदा सी, क्योंकि इस्लाम दे विच अज भी इदां दी सजा। हथ दे देना विच, बंदे ने आपी चले जाना ओदे विच, मिज खून सब कढ़ देना है। ये सिख तुरे जा रहे ने खुली आजादी विच, नीले आसमान दे थल्ले, पर मन विच झोरा, मन विच चिंता 1% भी नहीं, क्योंकि मर्द ने खिंच लिया सारा कुछ।
ਜੇ ਗੁਰੂ ਸਾਹਿਬ ਇਹਨਾਂ ਦਾ ਹਿਰਦਾ ਹੀ ਨਾ ਬਦਲਦੇ ਤੇ ਸਿੱਖ ਜਾ ਕੇ ਵੀ ਨਿਕਲ ਨਹੀਂ ਸਕਦੇ ਸੀ। ਪ੍ਰੇਮ ਹੀ ਇੰਨਾ ਜ਼ਿਆਦਾ ਸੀ। ਮਰਦ ਨੇ ਪਰਦਾ ਪਾਤਾ ਮੱਤ ਤੇ ਭੁੱਲ ਗਏ ਸਾਰਾ ਕੁਝ, ਬੜੀ ਖੁਸ਼ੀ ਮਨਾਉਂਦੇ ਜਾਂਦੇ ਨੇ। ਪਹੁੰਚੇ ਆਨ ਜਬ ਹੈ ਲਖਨੌਰ, ਦੇਖਤ ਗੁਰ ਕਟੰਬ ਤਿਸ ਠੌਰ। ਸਿੱਖ ਚਲਦੇ ਚਲਦੇ ਪਹੁੰਚੇ ਲਖਨੌਰ ਸਾਹਿਬ। ਜਦੋਂ ਸਿੱਖ ਪਰਿਵਾਰ ਤੇ ਸੰਗਤਾਂ ਨੇ ਇਹਨਾਂ ਨੂੰ ਵੇਖਿਆ, ਸਭ ਇੱਕਦਮ ਹੈਰਾਨ ਹੋ ਗਏ, ਕਿਉਂਕਿ ਗਏ ਸੀ ਗੁਰੂ ਸਾਹਿਬ ਦੇ ਨਾਲ, ਆਏ ਨੇ ਕੱਲੇ। ਅਜੇ ਵੀ ਸਭ ਨੂੰ ਭੁਲੇਖਾ ਕਿਤੇ ਸਤਿਗੁਰ ਪਿੱਛੇ ਆਉਂਦੇ ਹੋਣਗੇ। ਲਖਨੌਰ ਦੀਆਂ ਸੰਗਤਾਂ, ਗੁਰੂ ਸਾਹਿਬ ਦਾ ਪਰਿਵਾਰ ਭੱਜ ਕੇ ਘਰ ਤੋਂ ਬਾਹਰ ਨਿਕਲਿਆ। ਤੀਨਹੁ ਬੰਧਨ ਕਰ ਢਿਗ ਬੈਸੇ, ਭਾਨਿਓ ਗੁਰੂ ਜਿਮ ਭਾਖਿਓ ਤੈਸੀ। ਮਾਤਾ ਨਾਨਕੀ ਜੀ ਦਰਵਾਜ਼ੇ ਤੋਂ ਬਾਹਰ ਆਏ, ਸਿੱਖਾਂ ਦਾ ਆਉਣਾ ਸੁਣਿਆ ਬੜੇ ਖੁਸ਼। ਹੁਣ ਮਾਂ ਨੂੰ ਤੇ ਉਡੀਕ ਸੀ, ਮੇਰਾ ਪੁੱਤ ਵੀ ਆਏਗਾ। ਦੁਨੀਆ ਤੇ ਕਿਹੜੀ ਮਾਂ ਜਿਹੜੀ ਸ਼ਾਮ ਵੇਲੇ ਪੁੱਤ ਨੂੰ ਨਹੀਂ ਉਡੀਕਦੀ। ਭਾਵੇਂ ਗੁਰੂ ਸਾਹਿਬ ਪਰਮਾਤਮਾ ਨੇ, ਪਰਮੇਸ਼ਰ ਨੇ, ਉਹ ਇੱਕ ਅਲੱਗ ਗੱਲ ਹੈ, ਉਹ ਬਹੁਤ ਵੱਡਾ ਵਿਸ਼ਾ ਹੈ। ਪਰ ਸਰੀਰਕ ਤੌਰ ਤੇ ਮਾਂ ਦਾ ਦਿਲ ਮਾਂ ਦਾ ਹੀ ਹੈ, ਪੁੱਤ ਪੁੱਤ ਹੀ ਹੁੰਦਾ ਹੈ। ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਦੋਂ ਮਾਂ ਬਜ਼ੁਰਗ ਬੁੱਢੜੀ ਦਰਵਾਜ਼ੇ ਤੇ ਉਡੀਕਦੀ, ਸਿੱਖ ਚਰਨੀ ਹੱਥ ਲਾ ਕੇ ਕਹਿੰਦੇ, ਮਾਤਾ ਜੀ ਅੰਦਰ ਆ ਜਾਓ। ਜਾਣ ਗਏ ਨੇ ਮਾਤਾ ਜੀ ਸਭ ਕੁਝ ਹੋਇਆ ਕੀ। ਅੰਦਰ ਬੈਠੇ ਨੇ, ਕੋਲ ਆ ਕੇ ਕਹਿੰਦੇ, ਮਾਂ ਜਿਨ੍ਹਾਂ ਨੂੰ ਤੁਸੀਂ ਉਡੀਕਦੇ ਹੋ ਉਹਨਾਂ ਤਨ ਕਰਕੇ ਇੱਥੇ ਕਦੇ ਨਹੀਂ ਆਉਣਾ। ਆਖੋ ਸਤਿਨਾਮ, ਨਹੀਂ ਆਉਣਗੇ। ਜਦੋਂ ਇਹ ਬਚਨ ਮਾਤਾ ਨਾਨਕੀ ਨੇ ਸੁਣੇ, ਅੱਖਾਂ ਦੇ ਵਿੱਚੋਂ ਹੰਝੂਆਂ ਦੀ ਧਾਰ ਚੱਲ ਪਈ। ਮਾਤ ਨਾਨਕੀ ਦੁਖ ਬਹੁ ਪਾਏ, ਬਾਰ ਬਾਰ ਬੁਝੇ ਪਛਤਾਏ। ਸਿੱਖ ਕੋਲ ਬੈਠੇ ਪਲੰਗੇ ਤੇ, ਮਾਤਾ ਜੀ ਬੈਠੀ, ਨੇਤਰ ਨਹੀਂ ਖੁੱਲੇ ਮੁੜ ਕੇ, ਅੱਖਾਂ ਤੇ ਹੱਥ ਰੱਖੇ ਨੇ, ਰੋ ਰਹੇ ਨੇ। ਵਰਾਗ ਅੰਦਰੋਂ, ਇਹਨੂੰ ਮੋਹ ਨਾ ਖਿਓ। ਪ੍ਰੇਮ ਹੈ ਉਹ ਮਾਂ ਕੱਢਿਆ ਭਾਗਾਂ ਵਾਲੀ, ਜਿਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਨਮ ਦਿੱਤਾ। ਉਹ ਮਾਂ ਤੇ ਗੁਰੂ ਸਰੂਪ ਜਾਣਦੀ ਸੀ, ਮੈਨੂੰ ਦੀਦਾਰ ਕਦੇ ਸਤਿਗੁਰਾਂ ਦੇ ਹੋ ਜਾਣ, ਕਦੇ ਦਰਸ਼ਨ ਹੋਣ। ਅੰਦਰ ਰੋਇਆ, ਨਹੀਂ ਦੀਦਾਰ ਦੇਣਗੇ। ਪੁੱਛਦੇ ਨੇ, ਸਿੱਖੋ ਸਤਿਗੁਰ ਕਿਉਂ ਨਾਰਾਜ਼ ਸਾਡੇ ਨਾਲ ਹੋ ਗਏ, ਕਿਉਂ ਦੂਰੀ ਬਣਾ ਲਈ ਐ? ਤੁਮ ਸਮ ਕਿਉਂ ਨਹਿ ਨਿਕਸਤ ਆਏ, ਤੁਰਕ ਕੈਦ ਮਹਿ ਕਿਉਂ ਦੁਖ ਪਾਏ। ਤੇ ਸਿੱਖਾਂ ਨੂੰ ਮਾਤਾ ਜੀ ਪੁੱਛਦੇ, ਜੇ ਤੁਸੀਂ ਜੇਲ੍ਹ ਚੋਂ ਨਿਕਲ ਕੇ ਆ ਗਏ ਤੇ ਸਤਿਗੁਰਾਂ ਨੂੰ ਕਿਉਂ ਲੈ ਕੇ ਨਹੀਂ ਆਏ? ਉਹਨਾਂ ਦੱਸਿਆ, ਜੀ ਮਰਦ ਨੇ ਹੁਕਮ ਕੀਤਾ ਸੀ ਬੰਧਨ ਖੁੱਲ ਜਾਣਗੇ। ਮਾਤਾ ਜੀ ਸਿੱਖਾਂ ਨੇ ਗੱਲ ਪੈ ਗਈ। ਸੁਭਾਵਿਕ ਗੱਲ ਹੈ। ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਭਾਈ ਬਾਲਾ ਤੇ ਮਰਦਾਨਾ ਜੀ ਨਾਲ ਗਏ, ਸੱਚਾ ਸੌਦਾ ਕਰਕੇ ਘਰੇ ਨਾ ਵੜੇ, ਬਾਪੂ ਨੇ ਭਾਈ ਮਰਦਾਨਾ ਫੜ ਲਿਆ, ਬਾਲਾ ਫੜ ਲਿਆ, ਕਹਿੰਦੇ ਇੱਧਰ ਆ, ਮੇਰਾ ਪੁੱਤ ਕਿੱਥੇ ਹੈ? ਤੁਸੀਂ ਆ ਗਏ, ਉਹ ਨਹੀਂ ਅਜੇ ਤੱਕ ਆਇਆ। ਹੁੰਦਾ ਨਾ ਦੁੱਖ, ਆਪਣਾ ਬੱਚਾ ਘਰੋਂ ਗਿਆ ਹੋਵੇ, ਮੁੜ ਕੇ ਨਾ ਆਵੇ, ਸਾਥੀ ਆ ਜਾਣ, ਮਾਪੇ ਕਲਪਦੇ ਫਿਰਦੇ ਨੇ। ਮਾਤਾ ਜੀ ਰੋਸਾ ਕਰਦੇ, ਤੁਸੀਂ ਕਿਉਂ ਆਏ, ਨਾਲ ਕਿਉਂ ਨਹੀਂ ਲੈ ਕੇ ਆਏ? ਜਦੋਂ ਸਤਿਗੁਰਾਂ ਤੁਹਾਡੇ ਬੰਧਨ ਖੋਲੇ, ਖੁੱਲੇ ਉਹਨਾਂ ਦੇ ਵੀ ਸੀ, ਉਹਨਾਂ ਨੂੰ ਛੱਡ ਕੇ ਕੈਦ ਵਿੱਚ ਕਿਉਂ ਆ ਗਏ? ਸੁਨ ਤਿਨਹੁ ਸਿੱਖ ਅਨ ਸਮਝਾਈ, ਕਹਿ ਕੇ ਅੰਤ ਸਮਾਨਿ ਰਾਈ। ਉਸੇ ਵੇਲੇ ਭਾਈ ਸਾਹਿਬ ਸਿੰਘ ਬੋਲੇ, ਸਿੱਖ ਬੋਲੇ, ਮਾਤਾ ਜੀ ਇਹ ਕਹਿਣਾ ਬੜਾ ਔਖਾ ਹੈ, ਮਾਂ ਦੇ ਕੋਲ ਪੁੱਤ ਦੇ ਅੰਤ ਦੀ ਗੱਲ ਕਰਨੀ ਬੜੀ ਔਖੀ ਹੈ। ਸਿੱਖ ਬੋਲਿਆ, ਮਾਂ ਸਤਿਗੁਰਾਂ ਦਾ ਅੰਤਮ ਸਮਾਂ ਆ ਗਿਆ, ਉਹ ਨਹੀਂ ਆਉਣਗੇ। ਲੱਖ ਯਤਨ ਕਰ ਲਓ, ਕੁਝ ਦਿਨਾਂ ਵਿੱਚ ਉਹ ਸਰੀਰ ਛੱਡ ਜਾਣਗੇ। ਇਹਾ ਤਿਆਗ ਤਨ ਕੂਰੋ ਕਰੈ, ਰਾਜ ਤੇਜ ਤੁਰਕਨ ਕੋ ਹਰੈ। ਜੋ ਬਚਨ ਸਤਿਗੁਰਾਂ ਨੇ ਕਿਹਾ ਸੀ, ਕੋਈ ਸਿੱਖਾਂ ਨੇ ਕਹਿਤਾ। ਸਰੀਰ ਸਤਿਗੁਰ ਇੱਥੇ ਹੁੰਦੇ, ਇੱਥੇ ਵੀ ਛੱਡਦੇ, ਪਰ ਉਹਨਾਂ ਨੇ ਤੁਰਕਾਂ ਦਾ ਰਾਜ ਝੂਠਾ ਕਰਨਾ ਹੈ। ਉਹਨਾਂ ਦੇ ਪਾਪ ਉਹਨਾਂ ਸਿਰ ਮੜ ਦੇਣੇ ਨੇ, ਇਸ ਕਰਕੇ ਉਹ ਕੈਦ 'ਚ ਬਹਾਨਾ ਲਾ ਕੇ ਬੈਠੇ ਨੇ। ਤੁਮ ਆਨੰਦਪੁਰ ਜਾਣੇ ਕਹਿਓ, ਨਿਜਪੁਰ ਬਸ ਹੋ ਇਹ ਗੁਰ ਚਾਹਿਓ। ਬਸ ਸਤਿਗੁਰ ਚਾਹੁੰਦੇ ਨੇ, ਉਹਨਾਂ ਦੀ ਇੱਕੋ ਹੀ ਇੱਛਾ ਹੈ, ਮਾਤਾ ਜੀ ਪਰਿਵਾਰ ਸਮੇਤ ਤੁਸੀਂ ਹੁਣ ਆਨੰਦਪੁਰ ਸਾਹਿਬ ਜਾ ਕੇ ਵਸੋ, ਆਨੰਦਪੁਰ ਸਾਹਿਬ ਨੂੰ ਵਸਾਓ, ਸਾਹਿਬਜ਼ਾਦਾ ਜੀ ਦੀ ਸੇਵਾ ਕਰੋ, ਕਿਸੇ ਸਰਕਾਰ ਦਾ ਡਰ ਮਨ ਵਿੱਚ ਨਾ ਰੱਖਿਓ, ਕੋਈ ਤੁਹਾਡਾ ਵਾਲ ਵਿੰਗਾ ਕਰ ਨਹੀਂ ਸਕਦਾ। ਸਾਸ ਨੁਖਾ ਦੋਨ ਹੋ ਦੁਖ ਪਾਵੈ, ਕਹਾ ਕਰੀ ਗਤ ਸਤਿਗੁਰ ਧਿਆਵੈ। ਸਿੱਖ ਜਦੋਂ ਮਾਤਾ ਨਾਨਕੀ ਜੀ ਨੂੰ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਾਤਾ ਜੀ ਨੇ ਬਚਨ ਦੱਸ ਰਹੇ ਸੀ, ਮਾਂ ਰੋ ਰਹੀ ਸੀ,
ਕਹਿੰਦੇ ਸਾਹਮਣੇ ਕੌਲੇ ਨਾਲ ਖੜੀ ਸੀ ਨੂੰਹ ਗੁਜਰ ਕੌਰ, ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਧਰਮ ਪਤਨੀ, ਉਹਨਾਂ ਦੇ ਮਾਤਾ ਜੀ ਦੀ ਤੇ ਨੂੰਹ ਨੇ। ਕਹਿੰਦੇ ਅੱਜ ਨੂੰਹ ਆ ਕੇ ਚਰਨਾਂ 'ਚ ਡਿੱਗ ਪਈ, ਮਾਂ ਤੇਰਾ ਪੁੱਤ ਮੇਰਾ ਪਤੀ ਕਿਉਂ ਨਹੀਂ ਆਇਆ? ਬਸ ਮਾਤਾ ਜੀ ਨੇ ਘੁੱਟ ਕੇ ਗਲ ਨਾਲ ਲਾਇਆ, ਪੁੱਤਰੀਏ ਹੁਣ ਨਾ ਉਡੀਕ, ਉਹਨਾਂ ਕਦੇ ਨਹੀਂ ਆਉਣਾ। ਬਾਲ ਸਰੂਪ ਕਹਿਓ ਗੁਰਪੂਰੇ, ਹੈ ਆਨੰਦਪੁਰ ਕੇਤਕ ਦੂਰੇ। ਕਹਿੰਦੇ ਏਦਾਂ ਦੇ ਹਾਲਾਤ ਬਣ ਗਏ, ਇੱਕ ਦੂਜੇ ਦੇ ਗਲ ਲੱਗ ਕੇ ਰੋ ਰਹੇ ਨੇ। ਇਹ ਰੋਣਾ ਦੁਨੀਆ ਦਾ ਵਰਾਗ ਹੈ। ਜਦੋਂ ਰੋਏ ਇਸ ਦ੍ਰਿਸ਼ ਨੂੰ ਮੇਰੇ ਕਲਗੀਧਰ ਪਿਤਾ ਦੂਰ ਖੜੇ ਵੇਖ ਰਹੇ ਨੇ। ਮੇਰੀ ਮਾਂ ਰੋ ਰਹੀ ਹੈ, ਦਾਦੀ ਜੀ ਰੋ ਰਹੇ ਨੇ। ਐਸਾ ਹੋ ਕੀ ਗਿਆ, ਤਹਿ ਰਮਣੀਕ ਥਾਨ ਕਹਿ ਨਾਹੀ, ਸਤਿਗੁਰ ਪੁਰ ਬਸਾਏ ਜਿਸ ਮਾਹੀ। ਤੇ ਫੇਰ ਸਿੱਖ ਐਨੇ ਬਚਨ ਕਹਿ ਕੇ ਚੁੱਪ ਹੋ ਗਏ। ਸਿੱਖਾਂ ਨੇ ਰੋਕਿਆ ਨਾ, ਅਥਰੂ ਨਿਕਲਦੇ ਨਿਕਲ ਲੈਣ ਦਿਓ, ਕੋਈ ਗੱਲ। ਸਿਆਣੇ ਕਹਿੰਦੇ ਕੋਈ ਰੋਂਦਾ ਹੋਵੇ ਚੁੱਪ ਨਾ ਕਰਾਓ, ਚੁੱਪ ਕਰਾਓਗੇ ਜਜ਼ਬਾਤ ਰੁਕ ਜਾਣਗੇ, ਰੋ ਲੈਣ ਦਿਓ, ਅੰਦਰ ਖਾਲੀ ਹੋ ਜਾਊਗਾ। ਖੋ ਸਤਨਾਮ। ਇਸੇ ਕਰਕੇ ਡਾਕਟਰ ਤੇ ਸਿਆਣੇ ਕੋਈ ਗੱਲ ਸਮਝਾਉਂਦੇ, ਕਹਿੰਦੇ ਜ਼ਿੰਦਗੀ 'ਚ ਰੋਣਾ ਵੀ ਚੰਗਾ ਹੈ। ਜਿਹੜਾ ਬੰਦਾ ਰੋਣਾ ਭੁੱਲ ਜੇ ਨਾ ਜ਼ਿੰਦਗੀ 'ਚ, ਖੁਸ਼ ਨਹੀਂ ਰਹਿ ਸਕਦਾ ਕਦੇ। ਕਿਸੇ ਮਨੋਵਿਗਿਆਨਕ ਤੋਂ ਪੁੱਛ ਕੇ ਵੇਖੋ, ਜ਼ਿੰਦਗੀ ਵਿੱਚ ਬੰਦਾ ਜਿੰਨਾ ਰੋਲੇ, ਜਿੰਨੇ ਅਥਰੂ ਘੇਰ ਲਏ, ਮਨ ਹਲਕਾ ਹੋ ਜਾਏਗਾ। ਸਿੱਖਾਂ ਨੇ ਰੋਕਿਆ ਨਾ, ਉਹ ਆਪ ਰੋ ਰਹੇ ਨੇ। ਥੋੜੀ ਦੇਰ ਬਾਅਦ ਕਹਿਣ ਲੱਗੇ, ਮਾਤਾ ਜੀ ਆਨੰਦਪੁਰ ਦੀ ਧਰਤੀ ਰਮਣੀਕ ਹੈ। ਜਿਸ ਮਾਂ ਨੂੰ ਪਤਾ ਹੋਵੇ ਮੇਰੇ ਪੁੱਤ ਨੇ 4 ਦਿਨਾਂ ਬਾਅਦ ਤੁਰ ਜਾਣਾ ਹੈ, ਉਹਦੇ ਦਿਲ ਤੇ ਕੀ ਬੀਤਦੀ ਹੈ। ਜਿਸ ਪਤਨੀ ਨੂੰ ਪਤਾ ਹੋਵੇ ਮੇਰੇ ਪਤੀ ਨੇ ਮੁੜ ਕੇ ਕਦੇ ਨਹੀਂ ਆਉਣਾ, ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਣੀ। ਦਸ਼ਮੇਸ਼ ਪਿਤਾ ਗੋਬਿੰਦ ਰਾਏ ਚੱਲ ਕੇ ਕੋਲ ਆ ਗਏ, ਪਲੰਗੇ ਦੀ ਬਾਹੀ ਦੇ ਨਾਲ ਬੈਠੇ ਨੇ। ਕਹਿੰਦੇ ਦਾਦੀ ਜੀ ਰੋਂਦੇ ਕਿਉਂ? ਮਾਂ ਤੂੰ ਤੇ ਮੈਨੂੰ ਚੁੱਪ ਕਰਾਉਣਾ, ਤੂੰ ਕਿਉਂ ਰੋ ਰਹੀ ਹੈ? ਆਪਣੇ ਪੁੱਤ ਨੂੰ ਵੇਖ ਕੇ ਮਾਤਾ ਗੁਜਰ ਕੌਰ ਲਿਪਟ ਗਏ, ਪੁੱਤਰਾ ਦੁੱਖ ਵੀ ਐਸਾ ਤੈਨੂੰ ਦੱਸਾਂ ਕੀ ਆਖੋ ਸਤਨਾਮ। ਠੀਕ ਹੈ, ਗੁਰੂ ਨਾਲ ਰਿਸ਼ਤਾ ਗੁਰੂ ਦਾ ਹੋਇਆ, ਪਰ ਪਤੀ ਪਤਨੀ ਦਾ ਪ੍ਰੇਮ ਵਾਲਾ ਰਿਸ਼ਤਾ ਜੋ ਸੀ ਉਹਨਾਂ ਦਾ ਉਹ ਜਾਣਦੇ। ਉਹ ਤੇ ਉਹ ਰੂਹਾਂ ਸੀ ਜਿਨ੍ਹਾਂ ਨੇ ਕਈ ਜਨਮ ਬਹਿ ਕੇ ਭਗਤੀ ਕੀਤੀ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ-ਬਿਦ ਜੋਗ ਸਾਧਨਾ ਸਾਧਾ। ਜਿਨ੍ਹਾਂ ਕਈ ਜਨਮ ਇਕੱਠੇ ਰਹਿ ਕੇ ਤਪੱਸਿਆ ਕੀਤੀ, ਨਾਮ ਜਪਿਆ, ਤੇ ਅੱਜ ਲੱਗ ਜਾ ਰਹੇ ਨੇ। ਹੁਣ ਇੱਥੇ ਸਮਾਂ ਵੀ ਸਮਾਪਤ ਹੋ ਗਿਆ। ਗੁਰਮੁਖੋ, ਲਖਨੌਰ ਦੀ ਧਰਤੀ ਤੇ ਸਿੱਖ ਆ ਗਏ। ਪਰਿਵਾਰ ਦੇ ਨਾਲ ਕੀ ਸਲਾਹ ਹੋਏਗੀ, ਕੀ ਫੈਸਲਾ ਹੋਏਗਾ, ਅੱਗੇ ਕੀ ਹੋਣਾ ਹੈ, ਜੋ ਕੁਝ ਵੀ ਹੋਏਗਾ ਆਉਣ ਵਾਲੀ ਕਥਾ ਵਿੱਚ ਸੁਣ ਕੇ ਆਨੰਦ ਮਾਣਾਂਗੇ। ਕਿਉਂਕਿ ਇਹ ਮਾਹੌਲ ਹੀ ਬੜਾ ਗਮਗੀਨ ਜਿਹਾ ਹੈ, ਬੜਾ ਵਿਰਾਗ ਬਈ ਹੈ। ਚਿੱਤ ਨਹੀਂ ਕਰਦਾ ਇਹ ਕਥਾ ਕਰੀਏ, ਬੜੀ ਔਖੀ ਹੈ ਕਰਨੀ। ਸੁਣਨੀ ਬਹੁਤ ਸੌਖੀ ਹੈ, ਕਰਨ ਵਾਲੇ ਦਾ ਇੱਥੇ ਗਲਾ ਹੀ ਬੰਦ ਹੋ ਜਾਂਦਾ। ਕੋਈ ਵੀ ਪ੍ਰਚਾਰਕ ਹੋ, ਨਹੀਂ ਬੋਲਿਆ ਜਾਂਦਾ ਐਸਾ, ਕਿਉਂਕਿ ਫੇਰ ਬੋਲਣ ਵਾਲੀਆਂ ਗੱਲਾਂ ਵੀ ਐਸੀਆਂ ਨੇ ਜਿਨ੍ਹਾਂ ਨੂੰ ਜੇ ਬੋਲ ਦਈਏ ਪਤਾ ਨਹੀਂ ਕਿਹੜਾ ਕਿੱਧਰ ਨੂੰ ਲੈ ਕੇ ਤੁਰ ਪਏ। ਇਹ ਵੀ ਔਖਾ ਹੋਊਗਾ। ਵਿਰਾਗਮਈ ਮਾਹੌਲ, ਮੇਰੇ ਸਤਿਗੁਰਾਂ ਜੋ ਸੰਦੇਸ਼ਾ ਦਿੱਤਾ ਲਖਨੌਰ ਦੀ ਧਰਤੀ ਤੇ ਪਹੁੰਚੇ ਹੈ। ਉਹ ਲਖਨੌਰ ਸਾਹਿਬ ਆਪਣੇ ਬਿਲਕੁਲ ਕਰੀਬ ਹੈ, ਅੰਬਾਲੇ ਦੇ ਕੋਲੇ। ਡਿਸਟ੍ਰਿਕਟ ਅੰਬਾਲਾ ਦੇ ਵਿੱਚ ਨਗਰ ਲਖਨੌਰ ਸਾਹਿਬ ਅੱਜ ਵੀ ਮੌਜੂਦ ਹੈ। ਇੱਥੇ ਸਤਿਗੁਰਾਂ ਦੇ ਸ਼ਸਤਰ ਵੀ ਪਏ ਨੇ, ਸਮਾਨ ਵੀ ਪਿਆ, ਵਸਤੂਆਂ ਵੀ ਪਈਆਂ ਨੇ। ਦਸ਼ਮੇਸ਼ ਪਿਤਾ ਦਾ ਉਹ ਨਾਨਕੇ ਪਿੰਡ ਹੈ। ਜਿਵੇਂ ਮੈਂ ਕਥਾ ਆਏਗੀ ਆਉਣ ਵਾਲੇ ਸਮੇਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ